ਸਾਡੀ ਮੰਗ ਇਹ ਮਾਰਚ ਮਹੀਨੇ ਤੋਂ ਚੱਲਦੇ ਨੇ, ਲਗਾਤਾਰ 6 ਮਹੀਨੇ ਹੋ ਗਏ ਜੀ। ਸਾਨੇ ਫੈਕਟਰੀ ਦਾ ਜਿਹੜਾ ਦੁਰਗੰਧਯੁਕਤ ਹਵਾ ਆਉਂਦੀ, ਕਾਲਾ ਧੂਆਂ ਆਉਂਦਾ, ਚਿੱਟਾ ਧੂਆਂ ਆਉਂਦਾ, ਇਹਦੇ ਨਾਲ ਸਾਡਾ ਜੀਣਾ ਹਰਾਮ ਹੋਇਆ ਜੀ। ਇਸ ਬੰਦੇ ਨੇ ਸਾਡੀਆਂ ਨਾਸਾਂ 'ਚ ਦਮ ਕਰਕੇ ਰੱਖਿਆ ਹੋਇਆ। ਬਾਹਰ ਦਾ ਬੰਦਾ ਹੋਵੇ, ਸਾਡਾ ਹੀ ਪਿੰਡ ਹੋਵੇ, ਸਾਡੇ ਪਿੰਡ ਦੇ ਬੰਦੇ ਹੁਣ ਉਹਨਾਂ ਨੇ ਖਾਸ ਖੜ ਕੇ ਸਾਡੇ ਨਾਲ ਲੜਾਣ ਭੇਜਦਾ, ਉਹ ਵੀ ਸਾਡੇ ਭੈਣ ਭਰਾ ਏ। ਕੋਈ ਗੱਲ ਨਹੀਂ, ਜੇ ਉਹਨਾਂ ਨੂੰ ਹਲੇ ਇੰਨੀ ਸਮਝ ਨਹੀਂ ਆ, ਉਹਨਾਂ ਨੂੰ ਸਮਝ ਆਊਗੀ, ਕਿਉਂਕਿ ਉਹ ਸਾਡੇ ਹੀ ਭੈਣ ਭਰਾ ਏ। ਅਕਸਰ ਇੱਕ ਦਿਨ ਉਹਨਾਂ ਨੂੰ ਪਤਾ ਲੱਗਣਾ ਜਿਸ ਵੇਲੇ ਉਹਨਾਂ ਨੂੰ ਉੱਥੇ ਦਮੇ ਹੋਣੇ। ਇਹ ਫੈਕਟਰੀ ਹੈ ਕਿੱਥੇ ਹੈ ਜੀ? ਇਹ ਪੰਜਾਬ ਦੇ ਵਿੱਚ? ਇਹ ਫੈਕਟਰੀ ਹਿਮਾਚਲ ਚ, ਇਹਦਾ ਜਿਹੜਾ ਵਿਹੜਾ ਉਹ ਪੰਜਾਬ ਦਾ ਜੀ, ਪਰ ਜੋਨਿੰਗ ਏਰੀਆ ਇਹਦਾ ਪੰਜਾਬ ਚ। ਬਿਲਕੁਲ ਹੱਦ ਦੇ ਉੱਤੇ ਆ ਵੀ ਫੈਕਟਰੀ ਹਿਮਾਚਲ ਚ, ਵਿਹੜਾ ਜਿਹੜਾ ਹੈਗਾ ਉਹ ਪੰਜਾਬ ਚ ਆ ਜੀ। ਕਿਹਾ ਜਾਂਦਾ। ਔਰ ਇਸ ਫੈਕਟਰੀ ਮਾਲਕ ਨੇ ਕੀਤਾ ਜਿਹੜਾ ਪੰਜਾਬ ਦਾ ਵਿਹੜਾ ਉਹ ਦਫਾ 4 ਚ ਆਉਂਦਾ, ਜੰਗਲਾਤ ਦੀ ਧਾਰਾ ਲੱਗੀ ਹੁੰਦੀ। ਅਸੀਂ ਆਪਣੇ ਖੇਤ ਨੂੰ ਜੇ ਪੱਧਰਾ ਕਰਨਾ ਹੋਵੇ, ਸਾਡੇ ਤੇ ਜਦੇ ਕਾਰਵਾਈ ਹੁੰਦੀ ਜੇ ਅਸੀਂ ਜੀਸੀਬੀ ਦੇ ਪੱਧਰਾ ਨਹੀਂ ਤੁਸੀਂ ਕਰ ਸਕਦੇ। ਅਸੀਂ ਨਹੀਂ ਕਰ ਸਕਦੇ ਜੀ। ਪਰ ਇਸ ਬੰਦੇ ਨੇ ਉਹ ਜ਼ਮੀਨ ਵੀ ਪੱਧਰੀ ਕੀਤੀ, ਜ਼ਬਰਦਸਤੀ ਜ਼ਮੀਨ ਪੱਧਰੀ ਕੀਤੀ। ਪੱਧਰੀ ਕਰਨ ਤੋਂ ਬਾਅਦ ਸਾਡੀ ਜਿਹੜੀਆਂ ਕੁਦਰਤੀ ਪਹਾੜੀਆਂ ਉਹਦੀ ਦਿੱਖ ਵੀ ਖਰਾਬ ਕੀਤੀ। ਰਾਤ ਨੂੰ ਇੱਦਾਂ ਧੂਆਂ ਜਾਂਦਾ, ਔਰ ਤੁਸੀਂ ਕਹਿੰਦੇ ਨਾ ਕਿ ਪ੍ਰਸ਼ਾਸਨ ਉੱਥੇ ਲੈ ਕੇ ਨਹੀਂ ਜਾਂਦੇ ਲੈ ਕੇ ਪ੍ਰਸ਼ਾਸਨ, ਲੇਕਿਨ ਜਦ ਪ੍ਰਸ਼ਾਸਨ ਉੱਥੇ ਜਾਂਦਾ ਉਸ ਟਾਈਮ ਤੱਕ ਸਫਾਈ ਹੋਈ ਹੁੰਦੀ, ਉਹਨੂੰ ਪਹਿਲੇ ਅਲਰਟ ਕਰ ਦਿੱਤਾ ਵਾ ਹੁੰਦਾ ਕਿ ਪ੍ਰਸ਼ਾਸਨ ਆ ਰਿਹਾ, ਉਹਨੂੰ ਪਹਿਲੀ ਫੋਨ ਇਨਫੋਰਮ ਕਰ ਦਿੱਤੇ ਵੇ ਹੁੰਦੇ, ਉਸ ਤੋਂ ਪਹਿਲੀ ਕੰਪਨੀ ਦੇ ਵਿੱਚ ਸਫਾਈਆਂ ਹੋ ਚੁੱਕੀਆਂ ਹੁੰਦੀਆਂ। ਉਹਦੇ ਲਈ ਜਿਹੜਾ ਕਨੈਕਸ਼ਨ ਲਿਆ ਵੇ ਇਹਨਾਂ ਨੇ ਹਿਮਾਚਲ ਸਰਕਾਰ ਤੋਂ, ਕਿੱਦਾਂ ਕਿਹੜੇ ਨਿਯਮ ਤਹਿਤ ਉਹਦੇ ਹਿਮਾਚਲ ਨੂੰ ਬਿਜਲੀ ਬੋਰਡ ਨੇ ਕਨੈਕਸ਼ਨ ਦਿੱਤਾ, ਜਾਂ ਫਿਰ ਉਹਨੇ ਇੱਕ ਉੱਥੇ ਇੱਕ ਆਈ ਵਾਸ਼ ਕਰਨ ਲਈ ਉੱਥੇ ਕੀ ਕੀਤਾ ਕਿ ਜਨਰੇਟਰ ਸੈੱਟ ਰੱਖ ਦਿੱਤਾ ਉਹਦੇ ਮੂਹਰੇ, ਪਰ ਉਹ ਤਾਰਾਂ ਡਾਇਰੈਕਟ ਵੀ ਲਗਾ ਲੈਂਦਾ, ਕਈ ਵਾਰੀ ਜਨਰੇਟਰ ਨਾਲ ਵੀ ਪਾਣੀ ਚੱਕਿਆ। ਕਨੈਕਸ਼ਨ ਹਿਮਾਚਲ ਸਰਕਾਰ ਤੋਂ ਲਿਆ ਹੋਇਆ, ਬੋਰ ਪੰਜਾਬ ਚ ਹੈ ਨਾ ਜੀ। ਇਹ ਵੀ ਗੈਰ ਕਾਨੂੰਨੀ ਹੈ, ਇਹਦੇ ਪਰ ਵੀ ਕਾਰਵਾਈ ਹੋਣੀ ਚਾਹੀਦੀ। ਪ੍ਰਸ਼ਾਸਨ ਫਿਰ ਜਿਹੜਾ ਪੰਜਾਬ ਦਾ ਉਹ ਅੱਖਾਂ ਮੀਚੀ ਬੈਠਾ ਹੈ ਜੀ। ਜੇ ਦਫਾ ਤੁਸੀਂ ਕਹਿੰਦੇ ਇੱਥੇ ਲੱਗੀ ਹੋਈ ਹੈ, ਤੁਸੀਂ ਆਪਣਾ ਖੇਤ ਵੀ ਪੱਧਰਾ ਨਹੀਂ ਕਰ ਸਕਦੇ, ਫਿਰ ਉਹ ਬੰਦਾ ਕਿਹੜਾ ਹੈਗਾ ਇੱਥੇ ਕਿੱਦਾਂ ਪੱਧਰਾ ਕਰ ਗਿਆ? ਉਹ ਸਾਨੂੰ ਕਹਿੰਦਾ ਨੋ ਨੋ ਨੋ, ਅਸੀਂ ਤੁਹਾਡੀ ਕੋਈ ਗੱਲ ਨਹੀਂ ਸੁਣੀ। ਗੋ ਬਸ ਅਸੀਂ ਕਹੇ ਤੁਹਾਡੀ ਭਾਸ਼ਾ ਨਹੀਂ ਚੰਗੀ। ਕੀ ਕਿਹਾ ਜੀ? ਉਹਨਾਂ ਨੇ ਸਾਨੂੰ ਕਿਹਾ ਵੀ ਗੋ ਦਫਾ ਹੋ ਇੱਥੋਂ, ਕਹਿਣ ਦਾ ਮਤਲਬ ਇਹਨਾਂ ਦੱਸ। ਤੇ ਰੋਜ਼ ਪੁਲਿਸ ਲੈ ਕੇ ਆਉਂਦੇ, ਸਰਕਾਰਾਂ ਨੇ ਪੈਸੇ ਲੈ ਲਏ, ਸਰਕਾਰਾਂ ਵਿਕ ਗਈਆਂ ਵਾ। ਟੋਟੇ ਤੇ ਪੁਲਿਸ ਕਾਹਤੋਂ ਲੈ ਕੇ ਆਉਂਦੇ? ਤੁਸੀਂ ਤਾਂ ਆਪਣਾ ਸ਼ਾਂਤਮਈ ਧਰਨਾ ਦੇ ਰਹੇ। ਕਿਉਂ ਲੈ ਕੇ? ਅਸੀਂ ਆਪਣੀ ਜ਼ਮੀਨ ਵਿੱਚ ਬੈਠੇ ਹਾਂ, ਕਿਸੇ ਦੀ ਜ਼ਮੀਨ 'ਚ ਨਹੀਂ ਅਸੀਂ ਬੈਠੇ, ਅਸੀਂ ਆਪਣੀ ਜਗ੍ਹਾ 'ਚ ਬੈਠੇ, ਕਿਸੇ ਨੂੰ ਤੰਗੀ ਨਹੀਂ, ਕੋਈ ਤਕਲੀਫ ਨਹੀਂ। ਫੇਰ ਕਿਉਂ ਇਹ ਰੋਜ਼ ਪੁਲਿਸ ਨੇ ਭੇਜਦੇ ਹੈਗੇ? ਕੱਲ ਵਿਸ਼ੇਸ਼ ਤੌਰ ਤੇ ਸਾਨੂੰ ਐਸਡੀਐਮ ਸਾਹਿਬ ਨੇ ਸੱਦਿਆ ਆਪਣੇ ਦਫ਼ਤਰ 'ਚ, ਔਰ ਸਾਨੂੰ ਦਫ਼ਤਰ 'ਚ ਸੱਦ ਕੇ ਜਲੀਲ ਕੀਤਾ ਗਿਆ, ਔਰ ਉਲਟਾ ਸਾਡੇ ਤੇ ਪਰਚਾ ਦਰਜ ਕੀਤਾ ਗਿਆ। ਕਿਹੜੀ ਗੱਲ ਦਾ ਜੀ? ਉਹ ਇਸ ਗੱਲ ਦਾ ਵੀ ਤੁਸੀਂ ਇੱਥੇ ਸ਼ਾਂਤਮਈ ਕਿਉਂ ਬੈਠੇ ਆ? ਪਹਿਲੀ ਗੱਲ, ਧਰਨਾ ਚੱਕੋ, ਕਹਿੰਦੇ ਨਹੀਂ ਤਾਂ ਮੈਂ ਜ਼ਬਰਦਸਤੀ ਤੁਹਾਡਾ ਧਰਨਾ ਚੁਕਾਊਂਗਾ, ਮੈਨੂੰ ਡੀਸੀ ਸਾਹਿਬ ਦੇ ਹੁਕਮ ਹੈ। ਲੱਗਦਾ ਹੈ ਨਾ ਵੀ ਸਾਨੂੰ ਕੋਈ ਸਮੱਸਿਆ ਨਹੀਂ ਹੈ। 1 ਮਹੀਨਾ ਆ ਕੇ ਸਾਡੇ ਪਿੰਡ 'ਚ ਰਹਿਣ, ਉਹਨਾਂ ਨੂੰ ਅਸੀਂ ਰੋਟੀ ਵੀ ਪਕਾ ਕੇ ਦੇਵਾਂਗੇ, ਔਰ ਰਹਿ ਕੇ ਦੇਖਣਾ, ਆਪਣੇ ਬੱਚੇ ਵੀ ਇੱਥੇ ਰੱਖਣ, ਉਹਨਾਂ ਨੂੰ ਫਿਰ ਪਤਾ ਚੱਲਿਆ ਕਿ ਇਹ ਪਰੇਸ਼ਾਨੀ ਕੀ ਹੈ। ਜਿਹੜਾ ਇਹ ਆਪਣੇ ਵਿਧਾਇਕ ਅਗਨੀਹੋਤਰੀ, ਉਹਨੇ ਸਾਨੂੰ ਇਹ ਕੀਤਾ ਵੀ ਜਿਹੜੇ ਤੁਸੀਂ ਲੋਕ ਪੰਜਾਬੀ ਹੈ ਨਾ, ਇਹ ਖੰਡਨ ਕਰ ਰਹੇ ਆ ਸਾਡੇ ਇੱਥੋਂ, ਇਹ ਸਾਡੀਆਂ ਪਹਾੜੀਆਂ ਜਿਹੜੀਆਂ ਇਹ ਪੱਧਰੀਆਂ ਕਰਤੀਆਂ ਤੇ ਟਿੱਪਰ ਭਰ ਕੇ ਲੈ ਕੇ ਜਾਂਦੇ ਆ, ਤੁਸੀਂ ਤਾਂ ਚੋਰ ਹੈ ਜਿਹੜੇ ਪੰਜਾਬੀ ਹਨ। ਇੱਥੇ ਸਾਨੂੰ ਕਿਹਾ ਜੀ, ਇਹ ਸ਼ਬਦ ਵਰਤੇ ਗਏ ਤੁਹਾਡੇ ਲਈ? ਵਰਤੇ ਗਏ ਸਾਡੇ ਲਈ, ਸਾਰੇ ਪਿੰਡ ਅਸੀਂ ਗਿਆ ਜੀ ਉੱਥੇ ਇਕੱਠਾ ਹੋ ਕੇ। ਸਾਡੇ ਲਚਕੀਲਾ ਹੈ ਕਾਨੂੰਨ, ਸਾਡੇ ਲਈ ਤਾਂ ਹਾਰਡ ਹੀ ਹੈ। ਲਾ ਐਂਡ ਆਰਡਰ ਸਾਡੇ ਲਈ ਹੈ। ਲਾ ਜਿਹੜਾ ਬਣਿਆ ਉਹ ਇੰਡਸਟਰੀਅਲਿਸਟ ਲਈ ਬਣਿਆ, ਸਾਡੇ ਗਰੀਬ ਲਈ ਲਾ ਨਹੀਂ ਹੈ, ਸਾਡੇ ਲਈ ਤਾਂ ਡਾਂਗ ਬਣੀ ਹੈ, ਆਰਡਰ ਬਣਿਆ। ਸਾਡੇ ਤੇ ਜਦ ਮਰਜ਼ੀ ਆਰਡਰ ਕਰ ਲਓ ਜੀ। ਪ੍ਰਸ਼ਾਸਨ ਕੋਲ ਨਹੀਂ ਗਏ ਫਿਰ ਤੁਸੀਂ? ਪ੍ਰਸ਼ਾਸਨ ਨੇ ਤੁਹਾਡੀ ਸੁਣੀ ਹੋਣੀ। ਸਰ ਪ੍ਰਸ਼ਾਸਨ ਕਹਿ ਰਿਹਾ ਸੀ ਤੁਹਾਡੇ ਨਾਲ ਆ, ਫਿਰ ਆ ਕੇ ਸਾਨੂੰ ਕਹਿੰਦੇ ਧਰਨੇ ਚੱਕ ਲਓ। ਪ੍ਰਸ਼ਾਸਨ ਬੈਠੇ ਇੱਥੇ ਆ ਕੇ, ਬੈਠੇ 4 ਦਿਨ। ਪਰ ਅਸੀਂ ਜਦੋਂ ਤੱਕ ਜੇਲ੍ਹ 'ਚ ਬੈਠੇ, ਜਿੱਦਣ ਜੇਲ੍ਹ ਤੋਂ ਛੁਟਕਾ ਕੇ ਤੈਨੂੰ ਫਿਰ ਇੱਥੇ ਬੈਠੇ ਆ। ਸਤਿ ਸ਼੍ਰੀ ਅਕਾਲ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸਤਨਾਮ ਸਿੰਘ ਹਾਂ। ਪੰਜਾਬ ਦੇ ਵਿੱਚ ਸਰਕਾਰ ਬਦਲੀ ਤਾਂ ਲੋਕ ਬਦਲਾਅ ਦੇਖਦੇ ਸੀ ਕਿ ਹੁਣ ਸ਼ਾਇਦ ਧਰਨੇ ਮੁਜ਼ਾਹਰੇ ਨਹੀਂ ਲਾਉਣੇ ਪੈਣਗੇ, ਕਿਉਂਕਿ ਸਰਕਾਰ ਵੀ ਕਹਿੰਦੀ ਸੀ ਕਿ ਜਦੋਂ ਸਾਡੀ ਸਰਕਾਰ ਆਵੇਗੀ ਤਾਂ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਲੋਕਾਂ ਨੂੰ ਫਿਰ ਖੱਜਲ ਖੁਆਰ ਨਹੀਂ ਹੋਣਾ ਪਊਗਾ, ਧਰਨੇ ਨਹੀਂ ਲਗਾਉਣੇ ਪੈਣਗੇ। ਪਰ ਧਰਨਿਆਂ ਦਾ ਸਿਲਸਿਲਾ ਨਹੀਂ ਰੁਕ ਰਿਹਾ। ਅਸੀਂ ਪੰਜਾਬ ਤੇ ਹਿਮਾਚਲ ਦੇ ਬਾਰਡਰ ਦੇ ਉੱਤੇ ਪਿੰਡ ਮਹਿਦਵਾਨੀ ਵਿੱਚ ਖੜੇ ਹਾਂ। ਗੜ੍ਹਸ਼ੰਕਰ ਹਲਕੇ ਦਾ ਪਿੰਡ ਹੈ ਤੇ ਲੋਕਾਂ ਵੱਲੋਂ ਪੱਕਾ ਮੋਰਚਾ ਲਗਾਇਆ ਗਿਆ। ਮੈਂ ਦੱਸ ਦਿਆਂ ਕਿ ਪੱਕਾ ਮੋਰਚਾ ਇੱਕ ਫੈਕਟਰੀ ਦੇ ਖਿਲਾਫ ਲੱਗਿਆ। ਇਹਨਾਂ ਦੇ ਇਲਜ਼ਾਮ ਹੈ ਫੈਕਟਰੀ ਦੇ ਉੱਤੇ, ਤੇ ਮੋਰਚਾ ਲੱਗੇ ਨੂੰ ਵੀ 1 ਮਹੀਨਾ ਹੋ ਚੁੱਕਿਆ ਹੈ। ਹਾਲਾਤ ਇਹ ਆ ਕਿ ਬੱਸ ਅੱਡੇ ਨੂੰ ਪੱਕੇ ਰੂਪ ਦੇ ਵਿੱਚ ਇਹਨਾਂ ਨੇ ਪੱਕੇ ਮੋਰਚੇ ਦੇ ਤੌਰ ਤੇ ਲਿਖਦਾ ਤਾਂ ਰੰਗ ਹੀ ਕਰਤਾ। ਗੱਲਬਾਤ ਕਰਦੇ ਆ, ਪਿੰਡ ਨਿਵਾਸੀ ਇਹ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਆ ਕਿ ਇਹ ਸਾਰਾ ਮਸਲਾ ਕੀ ਹੈ ਜੀ? ਕੀ ਮਸਲਾ ਸਰ ਇਹ? ਸਰ ਮੇਰਾ ਨਾਮ ਦਵਿੰਦਰ ਕੁਮਾਰ ਰਾਣਾ ਜੀ, ਪਿੰਡ ਮੇਰਾ ਮਹਿਦਵਾਨੀ ਆ ਜੀ। ਸਾਹਿਬ ਮੈਂ ਤੁਹਾਡਾ ਜੀ ਆਇਆਂ ਕਰਨਾ, ਧੰਨਵਾਦ ਕਰਨਾ, ਤੁਸੀਂ ਸਾਡੇ ਲਈ ਪਹਿਲੇ ਬੰਦੇ ਹੋ ਜਿਨ੍ਹਾਂ ਨੇ ਸਾਡੀ ਸਟੇਜ 'ਤੇ ਸਾਡੀ ਗੱਲ ਸੁਣਨ ਦੀ ਕੋਸ਼ਿਸ਼ ਕੀਤੀ। ਸਾਡੀ ਮੰਗ ਇਹ ਮਾਰਚ ਮਹੀਨੇ ਤੋਂ ਚੱਲਦੇ ਨੇ, ਲਗਾਤਾਰ 6 ਮਹੀਨੇ ਹੋ ਗਏ ਜੀ। ਸਾਨੇ ਫੈਕਟਰੀ ਦਾ ਜਿਹੜਾ ਦੁਰਗੰਧਯੁਕਤ ਹਵਾ ਆਉਂਦੀ, ਕਾਲਾ ਧੂਆਂ ਆਉਂਦਾ, ਚਿੱਟਾ ਧੂਆਂ ਆਉਂਦਾ,
ਇਹਦੇ ਨਾਲ ਸਾਡਾ ਜੀਣਾ ਹਰਾਮ ਹੋਇਆ ਜੀ। ਪਹਿਲਾਂ ਲਗਾਤਾਰ ਪਿਛਲੇ ਸਾਲ ਜਦੋਂ ਕਰੋਨਾ ਕਾਲ ਸੀ ਉਦੋਂ ਸਾਡੇ ਰਾਖ ਨਹੀਂ ਡਿੱਗਦੀ ਸੀ, ਸਾਡੇ ਘਰਾਂ ਦੇ ਅਸੀਂ ਕੱਪੜੇ ਨਹੀਂ ਬਾਹਰ ਸੁੱਕਣੇ ਪਾ ਸਕਦੇ ਸੀ, ਰਾਤ ਨੂੰ ਬੱਠਲਾਂ ਦੇ ਬੱਠਲ ਸਵੇਰ ਨੂੰ ਚੱਕ ਸਾਫ ਕਰਨੇ ਪੈਂਦੇ ਸੀ, 2 ਵਾਰੀ ਘਰ ਝਾੜੂ ਲਗਾਉਣਾ ਪੈਂਦਾ ਸੀ। ਉਹਦੇ ਨਾਲ ਸਾਨੂੰ ਸਕਿਨ ਪ੍ਰੋਬਲਮਾਂ, ਫੇਫੜੇ ਦੇ ਰੋਗ, ਅੱਖਾਂ 'ਚ ਜਲਨ, ਚਮੜੀ ਦੇ ਰੋਗ, ਇੱਦਾਂ ਇਤਿਆਦੀ ਬਹੁਤ ਸਾਨੂੰ ਬਿਮਾਰੀਆਂ ਨਾਲ ਸਾਨੂੰ ਪੀੜਤ ਹੋਣਾ ਇਹ ਫੈਕਟਰੀ ਹੈ ਕਿੱਥੇ ਹੈ ਜੀ? ਇਹ ਪੰਜਾਬ ਦੇ ਵਿੱਚ? ਇਹ ਫੈਕਟਰੀ ਹਿਮਾਚਲ 'ਚ ਹੈ, ਇਹਦਾ ਜਿਹੜਾ ਵਿਹੜਾ ਉਹ ਪੰਜਾਬ ਦਾ ਜੀ, ਔਰ ਜੋਨਿੰਗ ਏਰੀਆ ਇਹਦਾ ਪੰਜਾਬ 'ਚ ਹੈ। ਬਿਲਕੁਲ ਹੱਦ ਦੇ ਉੱਤੇ ਆ ਵੀ ਫੈਕਟਰੀ ਹਿਮਾਚਲ 'ਚ, ਵਿਹੜਾ ਜਿਹੜਾ ਹੈਗਾ ਉਹ ਪੰਜਾਬ 'ਚ ਆ ਜੀ। ਦਾ ਵਰਤਿਆ ਜਾਂਦਾ। ਔਰ ਇਸ ਫੈਕਟਰੀ ਮਾਲਕ ਨੇ ਕੀਤਾ ਜਿਹੜਾ ਪੰਜਾਬ ਦਾ ਵਿਹੜਾ ਉਹ ਦਫਾ 4 ਚ ਆਉਂਦਾ, ਜੰਗਲਾਤ ਦੀ ਧਾਰਾ ਲੱਗੀ ਵੀ ਹੁੰਦੀ। ਅਸੀਂ ਆਪਣੇ ਖੇਤ ਨੂੰ ਜੇ ਪੱਧਰਾ ਕਰਨਾ ਹੋਵੇ ਸਾਡੇ ਤੇ ਜਦੇ ਕਾਰਵਾਈ ਹੁੰਦੀ ਜੇ ਅਸੀਂ ਜੀਸੀਬੀ ਲੈ ਕੇ, ਪੱਧਰਾ ਨਹੀਂ ਤੁਸੀਂ ਕਰ ਸਕਦੇ। ਅਸੀਂ ਨਹੀਂ ਕਰ ਸਕਦੇ ਜੀ। ਪਰ ਇਸ ਬੰਦੇ ਨੇ ਉਹ ਜ਼ਮੀਨ ਵੀ ਪੱਧਰੀ ਕੀਤੀ, ਜ਼ਬਰਦਸਤੀ ਜ਼ਮੀਨ ਪੱਧਰੀ ਕੀਤੀ। ਪੱਧਰੀ ਕਰਨ ਤੋਂ ਬਾਅਦ ਸਾਡੀ ਜਿਹੜੀਆਂ ਕੁਦਰਤੀ ਪਹਾੜੀਆਂ ਉਹਨਾਂ ਦੀ ਦਿੱਖ ਵੀ ਖਰਾਬ ਕੀਤੀ। ਔਰ ਇਹਨਾਂ ਜ਼ਮੀਨ ਮੁੱਲ ਲੈ ਕੇ ਉਹ ਪੰਜਾਬ ਵਾਲੀ ਸਾਈਡ ਦੇ ਉੱਤੇ ਇਹਨਾਂ ਇੱਕ ਬੋਰ ਕਰਾਇਆ, ਟਿਊਬਵੈਲ ਦਾ ਡੀਪ ਬੋਰ, ਇਰੀਗੇਸ਼ਨ ਦੇ ਨਾਂ ਦੇ ਉੱਤੇ, ਖੇਤੀਬਾੜੀ ਦੇ ਨਾਂ ਦੇ ਉੱਤੇ। ਪਰ ਉਹ ਖੇਤੀਬਾੜੀ ਦੇ ਨਾ ਖੇਤੀਬਾੜੀ ਕਰਦਾ ਉੱਥੇ, ਨਾ ਉੱਥੇ ਪਲਾਂਟੇਸ਼ਨ ਕੀਤੀ ਵੀ। ਉਹ ਸਾਰੇ ਦਾ ਸਾਰਾ ਪਾਣੀ ਚੱਕ ਕੇ ਹਿਮਾਚਲ ਲਈ ਯੂਜ਼ ਕਰਦਾ, ਇੰਡਸਟਰੀ ਯੂਜ਼ ਲਈ, ਜੋ ਕਿ ਬਿਲਕੁਲ ਗੈਰ ਕਾਨੂੰਨੀ ਹੈ। ਉਹਦੇ ਤੇ ਕਾਰਵਾਈ ਬਣਦੀ ਹੈ। ਇੱਕ ਪਾਸੇ ਤਾਂ ਅਸੀਂ ਕਹਿੰਦੇ ਵੀ ਅਸੀਂ ਪੰਜਾਬ ਦਾ ਪਾਣੀ ਬਾਹਰ ਨਹੀਂ ਜਾਣ ਦੇਣਾ, ਇਹ ਤਾਂ ਇਧਰੋਂ ਬੋਰ ਹੁੰਦਾ, ਦੂਜੇ ਪਾਸੇ ਬਾਹਰ ਚਲ ਜਾਂਦਾ। ਹਾਂਜੀ ਬਿਲਕੁਲ ਜੀ। ਉਹਦੇ ਲਈ ਜਿਹੜਾ ਕਨੈਕਸ਼ਨ ਲਿਆ ਵੇ ਇਹਨਾਂ ਨੇ ਹਿਮਾਚਲ ਸਰਕਾਰ ਤੋਂ, ਕਿੱਦਾਂ ਕਿਹੜੇ ਨਿਯਮ ਤਹਿਤ ਉਹਦੇ ਹਿਮਾਚਲ ਨੂੰ ਬਿਜਲੀ ਬੋਰਡ ਨੇ ਕਨੈਕਸ਼ਨ ਦਿੱਤਾ, ਜਾਂ ਫਿਰ ਉਹਨੇ ਇੱਕ ਉੱਥੇ ਇੱਕ ਆਈ ਵਾਸ਼ ਕਰਨ ਲਈ ਉੱਥੇ ਕੀ ਕੀਤਾ ਕਿ ਜਨਰੇਟਰ ਸੈੱਟ ਰੱਖ ਦਿੱਤਾ ਉਹਦੇ ਮੂਹਰੇ, ਪਰ ਉਹ ਤਾਰਾਂ ਡਾਇਰੈਕਟ ਵੀ ਲਗਾ ਲੈਂਦਾ, ਕਈ ਵਾਰੀ ਜਨਰੇਟਰ ਨਾਲ ਵੀ ਪਾਣੀ ਚੱਕਿਆ। ਕਨੈਕਸ਼ਨ ਹਿਮਾਚਲ ਸਰਕਾਰ ਤੋਂ ਲਿਆ ਹੋਇਆ, ਬੋਰ ਪੰਜਾਬ 'ਚ ਕੀਤਾ ਹੈ ਨਾ ਜੀ। ਇਹ ਵੀ ਗੈਰ ਕਾਨੂੰਨੀ ਹੈ, ਇਹਦੇ ਪਰ ਵੀ ਕਾਰਵਾਈ ਹੋਣੀ ਨਹੀਂ। ਚਾਹੀਦੀ। ਪ੍ਰਸ਼ਾਸਨ ਫਿਰ ਜਿਹੜਾ ਪੰਜਾਬ ਦਾ ਉਹ ਅੱਖਾਂ ਮੀਚੀ ਬੈਠਾ ਹੈ ਜੀ। ਜੇ ਦਫਾ ਤੁਸੀਂ ਕਹਿੰਦੇ ਇੱਥੇ ਲੱਗੀ ਹੋਈ ਹੈ, ਤੁਸੀਂ ਆਪਣਾ ਖੇਤ ਵੀ ਪੱਧਰਾ ਨਹੀਂ ਕਰ ਸਕਦੇ, ਫਿਰ ਉਹ ਬੰਦਾ ਕਿਹੜਾ ਹੈਗਾ ਇੱਥੇ ਕਿੱਦਾਂ ਪੱਧਰਾ ਕਰ ਗਿਆ ਜੀ? ਫਿਰ ਇਹੀ ਤਾਂ ਸਮੱਸਿਆ ਜੀ, ਇਹੀ ਤਾਂ ਸਾਡੀ ਸੁਣਵਾਈ ਨਹੀਂ ਹੋ ਰਹੀ। ਪ੍ਰਸ਼ਾਸਨ ਕੋਲ ਗਏ ਨਹੀਂ ਜੀ? ਫਿਰ ਸੁਣੋ ਗੱਲ ਜੀ, ਅਸੀਂ ਮਾਨਯੋਗ ਤਹਿਸੀਲਦਾਰ ਸਾਹਿਬ ਤੋਂ ਲੈ ਕੇ ਡੀਸੀ ਹੁਸ਼ਿਆਰਪੁਰ ਤੱਕ, ਪ੍ਰਦੂਸ਼ਣ ਬੋਰਡ ਚੰਡੀਗੜ੍ਹ, ਐਨਜੀਟੀ ਦੇ ਜਿਹੜੀ ਮੋਨੀਟਰਿੰਗ ਕਮੇਟੀ ਹੈ ਮੋਹਾਲੀ, ਉਹਨਾਂ ਤੱਕ, ਜਿਹੜੇ ਸਾਡੇ ਇਹ ਜੰਗਲਾਤ ਵਿਭਾਗ ਦੇ ਚੀਫ ਕੰਜ਼ਰਵੇਟਰ ਪੰਜਾਬ ਹੈ, ਉਹਨਾਂ ਦਾ ਨਾਮ ਹੈ ਵਿਜੇ ਮਿਸ਼ਰਾ ਜੀ, ਆਰ ਕੇ ਮਿਸ਼ਰਾ ਸ਼ੋਰੀ ਜੀ, ਆਰ ਕੇ ਮਿਸ਼ਰਾ ਜੀ ਦੇ ਦਫ਼ਤਰ 'ਚ ਵੀ ਗਏ, ਉਹਨਾਂ ਨੂੰ ਵੀ ਮੰਗ ਪੱਤਰ ਦਿੱਤਾ ਗਿਆ। ਸਾਡੇ ਉਹ ਕ੍ਰਿਸ਼ਨ ਕੁਮਾਰ ਜੀ ਸੀ ਜਿਹੜੇ ਡੀਸੀ ਨਵਾਂ ਸ਼ਹਿਰ ਜੀ ਰਹਿ ਕੇ ਗਏ, ਉਹਨਾਂ ਨੂੰ ਵੀ ਅਸੀਂ ਚਿੱਠੀ ਰਾਹੀਂ ਤੇ ਈਮੇਲ ਰਾਹੀਂ ਉਹਨਾਂ ਦੇ ਵੀ ਅਸੀਂ ਨੋਟਿਸ 'ਚ ਲਿਆਂਦੀ ਗੱਲ। ਅੱਜ 2 ਮਹੀਨੇ ਤੋਂ ਉੱਪਰ ਹੋ ਗਿਆ ਸਮਾਂ, ਕੋਈ ਕਾਰਵਾਈ ਨਹੀਂ ਹੋਈ। ਸਾਡੇ ਤੇ ਉਲਟੀ ਕਾਰਵਾਈ ਹੋਈ। ਅਸੀਂ ਆਪਣੀ ਮੰਗ ਲੈ ਕੇ ਜਦੋਂ ਡੀਸੀ ਉਹਨਾਂ ਜੀ ਕੋਲ ਗਏ ਸੀ, ਉਹਨਾਂ ਨੇ ਸਾਨੂੰ ਇਨਕਾਰ ਕਰਤਾ ਵੀ ਤੁਸੀਂ ਪੰਜਾਬ ਦੇ ਬੰਦੇ ਹੋ, ਜਾ ਕੇ ਪੰਜਾਬ ਦੇ ਡੀਸੀ ਸਾਹਿਬ ਨਾਲ ਗੱਲ ਕਰੋ, ਤੁਹਾਡਾ ਮੇਰੇ ਜੁਰਿਡਿਕਸ਼ਨ ਏਰੀਆ 'ਚ ਨਹੀਂ ਆਉਂਦਾ। ਭਾਵੇਂ ਪੰਜਾਬ ਹੋ ਜੀ, ਭਾਵੇਂ ਹਿਮਾਚਲ ਹੋਵੇ, ਆਂਦਾ ਤਾਂ ਭਾਰਤ ਦੇ ਵਸਿੰਦੇ ਤਾਂ ਹੈਗੇ ਆ ਜੀ, ਤੁਹਾਨੂੰ ਸਮੱਸਿਆ ਤਾਂ ਹੋ ਰਹੀ ਹੈ। ਬਿਲਕੁਲ ਜੀ, ਅਸੀਂ ਦੱਸਣ ਗਏ ਸੀ ਉਹਨਾਂ ਨੂੰ, ਉੱਥੇ ਏਡੀਸੀ ਸਾਹਿਬ ਸੀ ਉਸ ਦਿਨ। ਏਡੀਸੀ ਸਾਹਿਬ ਨੇ ਸਾਡਾ ਮੰਗ ਪੱਤਰ ਲੈਣ ਤੋਂ ਇਨਕਾਰ ਕੀਤਾ ਸੀ। ਸਰਪੰਚ ਕੌਣ ਹੈ ਜੀ ਪਿੰਡ ਦਾ? ਪਿੰਡ ਦੇ ਸਰਪੰਚ ਇਹ 2 ਹੈ ਜੀ। ਇਹ ਸਾਡੇ ਸਰਪੰਚ ਸਾਹਿਬ ਵੀ ਹੈ ਜੀ, ਰਮੇਸ਼ ਲਾਲ ਪੰਮੀ ਜੀ, ਤੇ ਸਾਡੇ ਜਿਹੜੀ ਮਹਿੰਦਵਾਨੀ ਸਰਪੰਚ ਉਹ ਦਿਲਬਾਗ ਸਿੰਘ ਜੀ ਹੈ। ਤੇ ਇੱਥੇ ਪ੍ਰਸ਼ਾਸਨ ਕੋਲ ਜਦੋਂ ਤੁਸੀਂ ਜਾਂਦੇ ਹੋ ਫਿਰ ਤੁਹਾਡੇ ਨਾਲ ਗੱਲਬਾਤ ਸੁਣਦੇ ਨਹੀਂ, ਉਹ ਆਉਂਦੇ ਨਹੀਂ ਤੁਹਾਡੇ ਕੋਲ? ਦੇਖੋ ਸਾਡੀ 5-4 ਵਾਰੀ ਮੀਟਿੰਗ ਹੋਈ ਜੀ ਪ੍ਰਸ਼ਾਸਨ ਨਾਲ ਜੀ, ਸਾਡੀ ਉਹਨਾਂ ਨੇ 2-3 ਵਾਰੀ ਗੱਲ ਵਧੀਆ ਢੰਗ ਨਾਲ ਸੁਣੀ। ਕੱਲ ਵਿਸ਼ੇਸ਼ ਤੌਰ ਤੇ ਸਾਨੂੰ ਐਸਡੀਐਮ ਸਾਹਿਬ ਨੇ ਸੱਦਿਆ ਆਪਣੇ ਦਫ਼ਤਰ 'ਚ, ਔਰ ਸਾਨੂੰ ਦਫ਼ਤਰ 'ਚ ਸੱਦ ਕੇ ਜਲੀਲ ਕੀਤਾ ਗਿਆ, ਔਰ ਉਲਟਾ ਸਾਡੇ ਤੇ ਪਰਚਾ ਦਰਜ ਕੀਤਾ ਗਿਆ। ਕਿਹੜੀ ਗੱਲ ਦਾ ਜੀ? ਉਹ ਇਸ ਗੱਲ ਦਾ ਵੀ ਤੁਸੀਂ ਇੱਥੇ ਸ਼ਾਂਤਮਈ ਕਿਉਂ ਬੈਠੇ ਆ? ਪਹਿਲੀ ਗੱਲ, ਧਰਨਾ ਚੱਕੋ, ਕਹਿੰਦੇ ਨਹੀਂ ਤਾਂ ਮੈਂ ਜ਼ਬਰਦਸਤੀ ਤੁਹਾਡਾ ਧਰਨਾ ਚੁਕਾਊਂਗਾ, ਮੈਨੂੰ ਡੀਸੀ ਸਾਹਿਬ ਦੇ ਹੁਕਮ ਹੈ। ਇਹ ਤਾਂ ਸਾਰਿਆਂ ਨੂੰ ਹੱਕ ਹੈ ਜੀ ਧਰਨਾ ਲਾਉਣ ਦਾ, ਤਾਂ ਇਹ ਤਾਂ ਲੋਕਤੰਤਰ ਹੈ ਜੀ। ਨਹੀਂ ਪਰ ਹੈਗਾ ਲੋਕ, ਇਹੀ ਤਾਂ ਸਮੱਸਿਆ ਜੀ, ਲੋਕਤੰਤਰ ਕਾਗਜ਼ਾਂ 'ਚ ਹੋਏਗਾ, ਸਾਡੇ ਲਈ ਥੋੜਾ ਨਹੀਂ ਹੈ ਜੀ। ਦੇਖੋ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੀ ਕਾਨੂੰਨ ਵਿਵਸਥਾ ਹੈ ਨਾ ਸਾਡੀ ਹਾਰਡ ਐਂਡ ਫਾਸਟ, ਸਾਡੀ ਲਚਕੀਲਾ ਹੈ ਕਾਨੂੰਨ, ਸਾਡੇ ਲਈ ਤਾਂ ਹਾਰਡ ਹੀ ਹੈ। ਲਾ ਐਂਡ ਆਰਡਰ ਸਾਡੇ ਲਈ ਹੈ। ਲਾ ਜਿਹੜਾ ਬਣਿਆ ਉਹ ਇੰਡਸਟਰੀਅਲਿਸਟ ਲਈ ਬਣਿਆ, ਸਾਡੇ ਗਰੀਬ ਲਈ ਲਾ ਨਹੀਂ ਹੈ, ਸਾਡੇ ਲਈ ਤਾਂ ਡਾਂਗ ਬਣੀ ਹੈ, ਆਰਡਰ ਬਣਿਆ। ਸਾਡੇ ਤੇ ਜਦ ਮਰਜ਼ੀ ਆਰਡਰ ਕਰ ਲਓ ਜੀ, ਔਰ ਅਸੀਂ ਆਰਡਰ ਵੀ ਉਹਦਾ ਸਾਹਮਣਾ ਕਰਨ ਲਈ ਬੈਠੇ ਹਾਂ ਇੱਥੇ। ਸਾਡੀ ਜਿਹੜੀ ਸਮੱਸਿਆ ਉਹ ਪ੍ਰਦੂਸ਼ਣ ਨਾਲ ਸੰਬੰਧਿਤ ਹੈ। ਪ੍ਰਦੂਸ਼ਣ ਜਿਉਂ ਦਾ ਤਿਉਂ ਹੈ, ਰਾਤ ਨੂੰ ਇੰਜ ਸਮੈਲ ਆਉਂਦੀ ਜਿੱਦਾਂ ਗਟਰ ਦਾ ਢੱਕਣ ਚੱਕਿਆ ਹੁੰਦਾ। ਈਵਨ ਸਾਡੇ ਰਿਸ਼ਤੇਦਾਰ ਤੱਕ ਵੀ ਇੱਥੇ ਸਾਡੇ ਪਿੰਡ 'ਚ ਆਣੇ ਦੇ ਇਨਕਾਰੀ ਹੈ ਤੇ ਅਸੀਂ ਨਹੀਂ ਆਉਣਾ ਤੁਹਾਡੇ ਪਿੰਡ, ਕਿਉਂਕਿ ਤਾਂ ਰਾਤ ਨੂੰ ਸੋਇਆ ਨਹੀਂ ਜਾਂਦਾ, ਔਰ ਜੇ ਸੌਂਦੇ ਆ ਤਾਂ ਉਹ ਸਕਿਨ ਪ੍ਰੋਬਲਮ, ਜਿਹਦੇ ਤੁਹਾਨੂੰ ਦੱਸ ਕੇ ਹਟਿਆ ਕਿੰਨੀਆਂ ਰੋਗ ਹੈ ਜਿਹੜੇ ਸਾਨੂੰ ਲੱਗ ਰਹੇ, ਸਾਡੇ ਡੰਗਰ ਪਸ਼ੂ ਵੀ ਮਰ ਰਹੇ। ਮੈਨੂੰ ਤਾਂ ਖਦਸ਼ਾ ਇਹ ਹੈ ਕਿ ਜਿਹੜੇ ਪ੍ਰਦੂਸ਼ਣ ਇਹ ਫੈਲਾ ਰਹੇ, ਇਹਨਾਂ ਕਰਕੇ ਸਾਡੇ ਡੰਗਰ ਪਸ਼ੂ ਮਰ ਰਹੇ ਜ਼ਿਆਦਾ। ਸਰ ਤੁਸੀਂ ਸਰਪੰਚ ਸਾਹਿਬ ਹੋ, ਇਹਨਾਂ ਨੇ ਕਿਹਾ ਕਿ ਪ੍ਰਦੂਸ਼ਣ ਇੱਥੇ ਬਹੁਤ ਆ, ਅੱਧੇ ਬੰਦੇ ਇਹਨਾਂ ਦੇ ਕੱਪੜੇ ਚਿੱਟੇ ਪਾਏ, ਤੁਹਾਨੂੰ ਤਾਂ ਬਹੁਤ ਜ਼ਿਆਦਾ ਸਮੱਸਿਆ ਹੋਣੀ, ਚਿੱਟੇ ਕੱਪੜੇ ਤਾਂ ਕਾਲੇ ਹੁੰਦੇ ਆ ਤੁਹਾਡੇ। ਤੁਸੀਂ ਇਹ ਰੋਜ਼ ਧੋਣੇ ਪੈਂਦੇ ਆ ਜੀ। ਤੁਸੀਂ ਹੁਣ ਵੀ ਜਾ ਕੇ ਦੇਖ ਸਕਦੇ ਆ ਵੀ ਆਹ ਦੇਖੋ ਕਿੱਦਾਂ ਇਸ ਵੇਲੇ ਉੱਧਰਲੀ ਹਵਾ ਚੱਲਦੀ ਹੈ, ਕਿੰਨਾ ਧੂਆਂ ਅੱਖਾਂ ਦੇ ਵਿੱਚ। ਤੁਸੀਂ 1 ਮਿੰਟ ਜਾ ਕੇ ਦੇਖ ਲਓ ਹੁਣ ਵੀ, ਤੁਹਾਨੂੰ ਐਂ ਦੇਖ ਲੈਣਾ ਮੌਕੇ 'ਤੇ ਵੀ ਇੰਨਾ ਇਹ ਬਦਬੂ ਔਰ ਧੂਆਂ ਇੰਨਾ ਇਹ ਚੱਲ ਰਿਹਾ, ਅੱਖਾਂ ਦੇ ਵਿੱਚ ਜਿੱਦਾਂ ਮਿਰਚਾਂ ਲੜਦੀਆਂ ਇਦਾਂ ਲੜਦੇ ਜੀ, ਇੰਨਾ ਬੁਰਾ ਹਾਲ ਹੈ ਜੀ। ਸਰਪੰਚ ਸਾਹਿਬ, ਸਰਪੰਚ ਦਾ ਜਿਹੜਾ ਹੁੰਦਾ ਪੂਰੀ ਪੰਚਾਇਤ ਦਾ ਨੁਮਾਇੰਦਾ ਹੁੰਦਾ, ਸਾਰੇ ਪਿੰਡ ਦੇ ਲੋਕ ਤੁਹਾਡੇ ਨਾਲ ਹੋਣੇ ਆ। ਕੀ ਗੱਲ ਤੁਸੀਂ ਸਮਝਦੇ ਹੋ ਕਿ ਇੰਨੇ ਲੋਕ ਜਿਹੜੇ ਪੂਰੀ ਪਿੰਡ ਦੀ ਪੰਚਾਇਤ ਆ, ਫਿਰ ਵੀ ਤੁਹਾਡੀ ਕੋਈ ਸੁਣਵਾਈ ਨਹੀਂ ਹੋ ਰਹੀ? ਕੋਈ ਸੁਣਵਾਈ ਨਹੀਂ ਜੀ। ਅਸੀਂ ਡੀਸੀ ਉਨਾ, ਡੀਸੀ ਹੁਸ਼ਿਆਰਪੁਰ, ਤਹਿਸੀਲਦਾਰ, ਐਸਡੀਐਮ ਅਰੋਲੀ, ਐਸਡੀਐਮ ਗੜ੍ਹਸ਼ੰਕਰ, ਅਸੀਂ ਇਹ 2-2 3-3 ਵਾਰੀ ਜਾ ਗਏ। ਤੇ ਵਿਧਾਇਕ ਇਹ ਆਪਣੇ ਇੱਥੋਂ ਅਗਨੀਹੋਤਰੀ ਜੀ, ਤੇ ਇਹ ਜਿਹੜੇ ਆਪਣੇ ਇੰਡਸਟਰੀ ਦੇ ਚੇਅਰਮੈਨ ਹੈ,
ਰਾਮ ਕੁਮਾਰ ਉਹਨਾਂ ਕੋਲ ਵੀ ਜਾ ਕੇ ਆਏ ਆ ਤੇ ਆਪਣੇ ਮੌਕੇ ਦੇ ਇਹ ਵਿਧਾਇਕ ਜਿਹੜੇ ਆਪਣੇ ਡਿਪਟੀ ਸਪੀਕਰ ਹੈ ਉਹਨੂੰ ਵੀ ਇਹ 2-3 ਵਾਰੀ ਜਾ ਕੇ ਮਿਲ ਕੇ ਆਏ ਆ। ਕਿਸੇ ਨੇ ਸਾਡਾ ਕੋਈ ਵੀ ਸੁਣਾਈ ਨਹੀਂ ਕੀਤੀ। ਉਲਟਾ ਸਾਨੂੰ ਇਹ ਜਿਹੜਾ ਇਹ ਆਪਣੇ ਵਿਧਾਇਕ ਅਗਨੀਹੋਤਰੀ ਉਹਨਾਂ ਸਾਨੂੰ ਇਹ ਕੀਤਾ ਵੀ ਜਿਹੜੇ ਤੁਸੀਂ ਲੋਕ ਪੰਜਾਬੀ ਹੈ ਨਾ ਇਹ ਖੰਡਨ ਕਰ ਰਹੇ ਆ ਸਾਡੇ ਇੱਥੋਂ ਇਹ ਸਾਡੀਆਂ ਪਹਾੜੀਆਂ ਜਿਹੜੀਆਂ ਇਹ ਪੱਧਰੀਆਂ ਕਰਤੀਆਂ ਤੇ ਟਿੱਪਰ ਭਰ ਕੇ ਲੈ ਕੇ ਜਾਂਦੇ ਆ। ਤੁਸੀਂ ਤਾਂ ਚੋਰ ਹੈ ਜਿਹੜੇ ਪੰਜਾਬੀ ਹਨ। ਇੱਥੇ ਆ ਕੇ ਸਾਨੂੰ ਕਿਹਾ ਜੀ ਇਹ ਸ਼ਬਦ ਵਰਤੇ ਗਏ ਤੁਹਾਡੇ ਲਈ? ਵਰਤੇ ਗਏ ਜੀ ਸਾਡੇ ਲਈ। ਸਾਰੇ ਪਿੰਡ ਅਸੀਂ ਗਿਆ ਜੀ ਉੱਥੇ ਇਕੱਠਾ ਹੋ ਕੇ। ਨਹੀਂ, ਜ਼ਮੀਨ ਤਾਂ ਤੁਹਾਡੇ ਪਿੰਡ ਦੀ ਹੋਣੀ, ਤੁਹਾਡੇ ਪਿੰਡ ਦੇ ਹਿੱਸੇ ਨਹੀਂ ਆਉਂਦੀ ਨਹੀਂ, ਜ਼ਮੀਨ? ਹਿਮਾਚਲ ਦੇ ਵਿੱਚੋਂ ਲੈ ਕੇ ਆਉਂਦੇ ਜਿਹੜੇ ਕ੍ਰੈਸ਼ਰ ਹਿਮਾਚਲ ਦੇ ਵਿੱਚ ਲੱਗੇ ਪਏ ਆ। ਉਹ ਕਹਿੰਦੇ ਤੁਸੀਂ ਖੰਡਨ ਕਰ ਰਹੇ ਹੈ ਇਹ ਹਿਮਾਚਲ ਦੇ ਜਿਹੜਾ ਹੈਗਾ ਤੁਸੀਂ ਸਾਡੀਆਂ ਇਹ ਪਹਾੜੀਆਂ ਪੱਧਰੀਆਂ ਕਰਤੀਆਂ ਇਹ ਪੰਜਾਬ ਵਾਲਿਆਂ ਨੇ। ਟਿੱਪਰ ਲਾ ਲੈ ਕੇ ਇੱਥੋਂ ਇਹ ਜਿਹੜੀ ਕਿ 200-300 ਟਿੱਪਰ ਤੁਹਾਡਾ ਜਾਂਦਾ ਜੀ। ਨਹੀਂ, ਜੇ ਟਿੱਪਰ ਅਲਾਉਡ ਨਹੀਂ ਹੈਗਾ ਫਿਰ ਉਹ ਰੋਕਦੇ ਕਿਉਂ ਨਹੀਂ ਟਿੱਪਰਾਂ ਨੂੰ ਜੀ ਉੱਧਰ? ਹੁਣ ਇਹ ਪਤਾ ਨਹੀਂ ਕਾਹਤੇ ਨਹੀਂ ਰੋਕਦੇ ਜੀ। ਉਹ ਸਾਨੂੰ ਉਲਟਾ ਉਹਨੇ ਇਹ ਚੋਰ ਠਹਿਰਾਇਆ। ਰਾਮ ਕੁਮਾਰ ਕੋਲ ਗਏ, ਉਹ ਕਹਿੰਦੇ ਜਿਹੜੀਆਂ ਗੱਡੀਆਂ ਆਉਂਦੀਆਂ ਤੇ ਇਹ ਤੂੜੀ ਵਾਲੀਆਂ ਤੁਸੀਂ ਲੁੱਟ ਲਓ। ਅਸੀਂ ਕਿਹਾ ਇੱਥੇ ਅਸੀਂ ਚੋਰ ਥੋੜ੍ਹਾ ਬੈਠੇ ਹਾਂ। ਤੇ ਉਹ ਇਹ ਆਪਣਾ ਇੰਡਸਟਰੀ ਦਾ ਚੇਅਰਮੈਨ ਹੈ ਜੀ, ਉਹਨੇ ਸਾਨੂੰ ਇਹ ਕਿਹਾ ਤੇ ਸਾਡੀ ਉਹਨੇ ਫਿਰ ਕਿਹਾ ਮੈਂ ਤੁਹਾਡੀ ਗੱਲ ਕਰੂੰਗਾ ਐਸਡੀਐਮ ਇਹ ਡੀਸੀ ਕੋਲ ਹੈ। ਉਹ ਕੋਈ ਨਹੀਂ ਇਹ ਸਾਡੀ ਗੱਲਬਾਤ ਸੁਣੀ ਗਈ। ਤਾਂ ਇਹ ਸਾਰੇ ਸਾਨੂੰ ਲਾਰੇ ਲਾਏ ਗਏ। ਬਸ ਇਹ ਜਾਂਦੇ ਆ, ਬਸ ਇਹ ਕਰਦੇ ਆ, ਬਸ ਇੱਦਾਂ ਕਰਦੇ, ਕੋਈ ਇਹ ਸੁਣਾਈ ਨਹੀਂ ਹੋਈ ਸਾਡੀ। ਇਹ ਇੰਡਸਟਰੀ ਲੱਗਦੀ ਕਦੋਂ ਆ ਜੀ ਇੱਥੇ? ਤੁਸੀਂ ਤੁਹਾਡੀ ਉਮਰ ਕਿੰਨੀ ਹੋ ਗਈ? ਮੇਰੀ ਉਮਰ ਹੋ ਗਈ ਜੀ ਕਰੀਬ 58 ਸਾਲ ਜੀ। ਕਦੋਂ ਲੱਗੀ ਸੀ ਇੰਡਸਟਰੀ? ਇੰਡਸਟਰੀ ਲੱਗੀ ਨੂੰ 12 ਸਾਲ ਹੋ ਗਏ ਜੀ। ਪਹਿਲਾਂ ਛੋਟਾ ਸੀ ਇੰਡਸਟਰੀ ਦਾ ਯੂਨਿਟ, ਸਾਬਣ ਬਣਾਉਂਦਾ ਸੀ। ਫਿਰ ਉਹਨੇ ਰਿਫਾਈਨਰੀ ਲਾ ਲਈ 2 ਸਾਲ ਤੋਂ ਜਦੋਂ ਲੋਕਡਾਊਨ ਲੱਗਿਆ। ਔਰ ਲੋਕਡਾਊਨ 'ਚ ਇਹਨੇ ਬੜਾ ਵਾਧਾ ਕੀਤਾ। ਉਦੋਂ ਤੋਂ ਸਾਨੂੰ ਸਮੱਸਿਆ, ਵੱਡੀ ਸਮੱਸਿਆ। ਫਿਰ ਤੁਸੀਂ ਉਦੋਂ ਵਿਰੋਧ ਨਹੀਂ ਕੀਤਾ ਜਦੋਂ ਛੋਟੀ ਸੀ ਇੰਡਸਟਰੀ? ਜਦੋਂ ਛੋਟੀ ਇੰਡਸਟਰੀ ਸਾਨੂੰ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਸੀ। ਸਾਨੂੰ ਲੋਕਾਂ ਨੂੰ, ਸਾਡੇ ਲੋਕਾਂ ਨੂੰ ਵੀ ਤੇ ਹਿਮਾਚਲ ਦੇ ਸਾਡੇ ਗੁਆਂਢੀ ਪਿੰਡਾਂ ਨੂੰ ਵੀ ਚਾਅ ਸੀ ਸ਼ਾਇਦ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਪਰ ਇਹ ਨਹੀਂ ਸੀ ਪਤਾ ਕਿ ਸਾਡੇ ਗਲੇ ਦਾ ਫੰਦਾ ਬਣ ਜਾਏਗੀ। ਰੁਜ਼ਗਾਰ ਮਿਲਿਆ ਫਿਰ ਲੋਕਾਂ ਨੂੰ ਕਿ ਨਹੀਂ? ਬਹੁਤ ਘੱਟ ਰੁਜ਼ਗਾਰ ਮਿਲਿਆ। ਲੋਕਾਂ ਦੇ ਵੀ ਤਾਂ ਸ਼ੋਸ਼ਣ ਹੋ ਰਿਹਾ। ਪੂਰੇ ਉਹਦੇ 12-12 ਘੰਟੇ ਡਿਊਟੀ ਤੇ 8 ਘੰਟਿਆਂ ਦੇ ਪੈਸੇ ਦੇ ਰਹੇ ਨੇ। ਪਰ ਉਹ ਜਿਹੜੇ ਲੋਕ ਨੇ ਉੱਥੇ ਕੰਮ ਕਰਦੇ ਉਹਦੀਆਂ ਆਪਣੀਆਂ ਮਜਬੂਰੀਆਂ, ਉਹ ਕੋਈ ਆਵਾਜ਼ ਬੁਲੰਦ ਨਹੀਂ ਕਰਦੇ। ਤੇ ਇੱਕ ਮੈਂ ਵਿਸ਼ੇਸ਼ ਤੌਰ ਤੇ ਤੁਹਾਡੇ ਧਿਆਨ 'ਚ ਗੱਲ ਲਿਆਉਣੀ ਚਾਹੁੰਦਾ ਕਿ ਅਸੀਂ ਜਦੋਂ ਪੰਜਾਬ ਦੇ ਪ੍ਰਸ਼ਾਸਨ ਕੋਲ ਜਾਂਦੇ ਰਹੇ, ਪੰਜਾਬ ਦਾ ਪ੍ਰਸ਼ਾਸਨ ਸਾਨੂੰ ਇਹ ਕਹਿੰਦਾ ਕਿ ਫੈਕਟਰੀ ਜਿਹੜੀ ਇੰਡਸਟਰੀ ਉਹ ਹਿਮਾਚਲ 'ਚ ਹੈ, ਅਸੀਂ ਕੁਝ ਕਾਰਵਾਈ ਨਹੀਂ ਕਰ ਸਕਦੇ। ਅਸੀਂ ਉਹਨਾਂ ਨੂੰ ਕਿਹਾ ਵੀ ਚਲੋ ਫੈਕਟਰੀ ਇੰਡਸਟਰੀ ਹਿਮਾਚਲ 'ਚ ਹੈ, ਉਹਦੇ ਤੁਸੀਂ ਸਰਕਾਰ ਨੂੰ ਲਿਖੋ, ਜੋ ਤੁਹਾਡਾ ਚੈਨਲ ਉਹਦੇ ਨਾਲ ਕੰਮ ਕਰੋ। ਪਰ ਜੋ ਤੁਸੀਂ ਪੰਜਾਬ ਦੇ ਵਿੱਚ ਉਹ ਸਾਡੀ ਧਰਤੀ ਨੂੰ ਖਰੀਦਿਓ ਤੇ ਮਤਲਬ ਨਜਾਇਜ਼ ਕੰਮ ਕਰ ਰਿਹਾ, ਉਹ 'ਚ ਰੱਖ ਰਖਾਵਾ ਕਰ ਰਿਹਾ, ਪਾਣੀ ਦਾ ਅੰਦਰ ਇੰਜੈਕਟ ਕਰ ਰਿਹਾ। ਜੇ ਪੰਜਾਬ ਦੀ ਧਰਤੀ ਜਿਹੜੀ ਖਰੀਦੀ, ਪੰਜਾਬ ਦੀ ਧਰਤੀ ਟਿਊਬਵੈੱਲ ਲਾਇਆ, ਪਾਣੀ ਇੰਡਸਟਰੀ ਨੂੰ ਵਰਤ ਰਿਹਾ, ਸਾਡੀ ਉਹ ਜਿਹੜੀ ਦਫਾ 4 ਉਹਦੀ ਲੰਘਣਾ ਕਰ ਰਿਹਾ, ਇਹ ਘੱਟੋ ਘੱਟ ਤੁਸੀਂ ਉਹਤੇ ਬਣਦੀ ਕਾਰਵਾਈ ਕੀਤੀ ਜਾਵੇ। ਅਸੀਂ ਆਸ ਕਰਦੇ ਸੀ ਪੰਜਾਬ ਦੇ ਪ੍ਰਸ਼ਾਸਨ ਤੋਂ ਕਿ ਤੇ ਪਰਚਾ ਦਰਜ ਕਰੇ, ਇਹਨ ਗੈਰ ਕਾਨੂੰਨੀ ਕੰਮ ਕਰਦਾ। ਪਰ ਉਲਟਾ ਸਾਨੂੰ ਉਸ ਵੇਲੇ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਕਿ ਸਰਕਾਰ ਨੇ ਉਲਟਾ ਸਾਡੇ ਤੇ ਪਰਚਾ ਦਰਜ ਕਰਤਾ 29 ਲੋਕਾਂ ਤੇ 283-188 ਦੇ ਅਧੀਨ। ਅਸੀਂ ਇਸ ਗੱਲ ਦੀ ਪੁਰਜੋਰ ਨਿੰਦਾ ਕਰਦੇ ਤੇ ਡਟ ਕੇ ਵਿਰੋਧ ਕਰਦੇ ਹਾਂ। ਤੇ ਅਸੀਂ ਅੱਜ ਤੱਕ ਪ੍ਰਸ਼ਾਸਨ ਨੂੰ ਇਹ ਪਹਿਲਾਂ ਵੀ ਦੱਸਦਾ ਤੇ ਹੁਣ ਵੀ ਦੱਸਦੇ ਹਾਂ ਕਿ ਅਸੀਂ ਉਦੋਂ ਤੱਕ ਇਹ ਆਪਣਾ ਮੋਰਚਾ ਨਹੀਂ ਚੱਕਾਂਗੇ ਜਦੋਂ ਸਾਡੀ ਸਮੱਸਿਆ ਹੱਲ ਨਹੀਂ ਹੋ ਜਾਂਦੀ। ਇਹ ਦੂਜੀ ਸਮੱਸਿਆ ਜਿਹੜੀ ਸਾਡੀ ਲਿੰਕ ਸੜਕ ਹੈ, ਇਹ ਸੜਕ ਦਾ ਤੁਸੀਂ ਹਾਲ ਦੇਖਿਆ ਹੁਣ, ਆਏ ਹੋਣੇ ਇੱਧਰੋਂ। ਇਹ ਐਕਚੁਅਲੀ ਗੱਲ ਇਹ ਲਿੰਕ ਸੜਕ ਹੈ। ਇਸ ਲਿੰਕ ਸੜਕ ਦੀ ਦੁਰਵਰਤੋਂ ਕੀਤੀ ਜਾਂਦੀ। ਇੰਡਸਟਰੀ ਦੇ ਵੱਡੀਆਂ ਗੱਡੀਆਂ, ਕ੍ਰੈਸ਼ਰ, ਜਿਹੜਾ 6 ਕ੍ਰੈਸ਼ਰ ਨੇ ਇੱਧਰ, ਸਾਰੇ ਕ੍ਰੈਸ਼ਰ ਟਿੱਪਰ ਇੱਧਰ ਹੀ ਜਾਂਦੇ ਸੀ। ਲੋਕਾਂ ਨੇ ਆਪਣੇ ਜਥੇਬੰਦਕ ਤਾਕਤ ਦੇ ਨਾਲ ਉਹਨਾਂ ਲੰਘਣਾ ਬੰਦ ਕੀਤਾ ਤੇ ਆਉਣ ਵਾਲੇ ਸਮੇਂ 'ਚ ਅਸੀਂ ਨਹੀਂ ਲੰਘਣ ਦਿਆਂਗੇ। ਇਸ ਲੋਕਾਂ ਨੂੰ ਬਚਾਵਾਂਗੇ। ਸਾਡੇ ਪਿੰਡ ਦੇ ਵਿੱਚ ਦੀ ਸੜਕ ਨਿਕਲਦੀ ਹੈ। ਤੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਤੁਹਾਨੂੰ ਵੀ ਕਿ ਤੁਸੀਂ ਸਾਡੀ ਸਮੱਸਿਆ ਨੂੰ ਸਰਕਾਰਾਂ ਤੱਕ ਤੇ ਆਮ ਲੋਕਾਂ ਤੱਕ ਪਹੁੰਚਾਓ। ਜਦੋਂ ਸਾਡੀ ਕੱਲ੍ਹ ਅਸੀਂ ਪਹਿਲਾਂ ਸਾਡੇ ਜਿਹੜੇ ਵਿਧਾਇਕ ਨੇ, ਡਿਪਟੀ ਸਪੀਕਰ ਸਾਹਿਬ, ਪਹਿਲਾਂ ਸਾਡੀ ਕੱਲ੍ਹ ਉਹਨਾਂ ਨਾਲ ਮੀਟਿੰਗ ਸੀ। ਉਹਨਾਂ ਨੂੰ ਅਸੀਂ ਦੱਸਿਆ ਕਿ ਸਾਡੀ ਐਸਟੀਐਮ ਨੇ ਮੀਟਿੰਗ ਬੁਲਾਈ ਹੈ। ਉਹਨਾਂ ਨੇ ਐਸਟੀਐਮ ਸਾਹਿਬ ਨੂੰ ਫੋਨ ਕੀਤਾ ਕਿ ਇਹ ਲੋਕ ਹਿੱਤਾਂ ਲਈ ਬੈਠੇ ਨੇ, ਇਹਨਾਂ ਦਾ ਕੋਈ ਪਰਸਨਲ ਡਿਮਾਂਡ ਨਹੀਂ, ਇਹਨਾਂ ਦਾ ਕੋਈ ਪਰਸਨਲ ਨਿੱਜੀ ਝਗੜਾ ਨਹੀਂ, ਇਹਨਾਂ ਦੀ ਗੱਲ ਧਿਆਨ ਨਾਲ ਸੁਣੀ ਜਾਵੇ ਤੇ ਹੱਲ ਤੱਕ ਪਹੁੰਚਾਇਆ ਜਾਵੇ। ਜਦੋਂ ਅਸੀਂ 12:30 ਵਜੇ ਐਸਟੀਐਮ ਸਾਹਿਬ ਕੋਲ ਮੀਟਿੰਗ ਤੇ ਗਏ, ਅਸੀਂ ਬੈਠੇ ਸੀ, ਐਸਟੀਐਮ ਨੇ ਸਾਨੂੰ ਕਿਹਾ ਵੀ ਤੁਹਾਡੀ ਅਸੀਂ ਜਿਹੜੀ ਉਹ ਰਿਪੋਰਟ ਆਈ ਸੀ ਇੱਕ ਪੋਲੂਸ਼ਨ ਬੋਰਡ ਦੀ, ਉਹ ਤੁਹਾਡੇ ਹਿੱਤ 'ਚ ਹੈ, ਫੈਕਟਰੀ ਦੇ ਵਿਰੋਧ 'ਚ ਹੈ। ਅਸੀਂ ਐਨਜੀਟੀ ਜਿਹੜੀ ਨਾਰਥ ਇੰਡੀਆ ਦੀ ਉਹਨੂੰ ਲਿਖ ਦਿੱਤੀ, ਤੁਸੀਂ ਹੁਣ ਆਪਣਾ ਧਰਨਾ ਚੱਕ ਲਓ। ਅਸੀਂ ਕਿਹਾ ਜਨਾਬ ਸਾਡਾ ਧਰਨਾ ਕਿਵੇਂ ਚੱਕ ਲਈਏ, ਸਾਡੀ ਸਮੱਸਿਆ ਜਿਉਂ ਦੀ ਤਿਉਂ ਹੈ। ਫਿਰ ਅਸੀਂ ਸਾਡੇ ਸਾਥੀ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਦੌਲੋਵਾਲ ਜਿਹੜਾ ਹੁਸ਼ਿਆਰਪੁਰ ਤੋਂ ਇੰਡਸਟਰੀ ਲੱਗੀ ਵੀ, ਉਹ ਕਿਸ ਤਰੀਕੇ ਨਾਲ ਲੱਗੀ, ਉੱਦਾਂ ਦਾ ਇਹਦਾ ਪੈਨਲ ਬਣਿਆ, ਉੱਦਾਂ ਦੇ ਮਤਲਬ ਸਿਸਟਮ ਬਣੇ ਫੈਕਟਰੀ ਦਾ। ਉਹ ਸਾਨੂੰ ਕਹਿੰਦਾ ਨੋ, ਅਸੀਂ ਤੁਹਾਡੀ ਕੋਈ ਗੱਲ ਨਹੀਂ ਸੁਣੀ। ਬਸ ਅਸੀਂ ਕਹੇ ਤੁਹਾਡੀ ਭਾਸ਼ਾ ਨਹੀਂ ਚੰਗੀ। ਕੀ ਜੀ? ਉਹਨਾਂ ਨੇ ਸਾਨੂੰ ਕਿਹਾ ਵੀ ਗੋ ਦਫਾ ਹੋ ਇੱਥੋਂ, ਕਹਿਣ ਦਾ ਮਤਲਬ ਇਹਨਾਂ ਦਾ ਸੀ। ਦਾ ਬਾਬ ਕੋ ਗੋ ਦਫ਼ਤਰ ਚੋਂ ਬਾਹਰ ਹੋ ਜਾਓ। ਅਸੀਂ ਉਹਦਾ ਰਿਜੈਂਟਮੈਂਟ ਕਰਕੇ ਵਿਰੋਧ ਕਰਕੇ ਆਏ। ਅਸੀਂ ਫਿਰ ਲੋਕ ਇੱਥੇ ਇਕੱਠੇ ਹੋਏ, ਚਾਹੁੰਦੇ ਤਾਂ ਅਸੀਂ ਵੀ ਗੜ੍ਹਸ਼ੰਕਰ ਦਾ ਪੁਤਲਾ ਫੂਕਿਆ, ਗੜ੍ਹਸ਼ੰਕਰ ਪ੍ਰਦਰਸ਼ਨ ਕਰੀਏ, ਪਰ ਸਾਨੂੰ ਆਪਣੇ ਮੋਰਚੇ ਚਿੰਤਾ ਦੀ। ਇੱਥੇ ਲੋਕ ਇਕੱਠੇ ਹੋਏ, ਸਾਰੀ ਰਾਤ ਵੀ ਉਹਦਾ ਸਿਆਪਾ ਕਰਦੇ ਰਹੇ। ਅਸੀਂ ਪੁਤਲਾ ਵੀ ਫੂਕਿਆ ਤੇ ਉਸ ਐਸਟੀਐਮ ਨੂੰ ਪ੍ਰਸ਼ਾਸਨ ਤੋਂ ਮੰਗ ਕਰਦੇ, ਸਰਕਾਰ ਤੋਂ ਮੰਗ ਕਰਦੇ ਵੀ ਇੱਦਾਂ ਦੇ ਬਦਤਮੀਜ਼ ਐਸਟੀਐਮ ਨੂੰ ਜਲਦੀ ਦਫਾ ਕੀਤਾ ਜਾਵੇ। ਇਹਦੇ ਵਿਰੁੱਧ ਵੀ ਮੋਰਚਾ ਲੱਗੇਗਾ। ਇਹੀ ਤੁਹਾਡੇ ਨਾਲ ਅਸੀਂ ਕਹਿੰਦੇ ਸਾਡੀਆਂ ਖਬਰਾਂ ਤੁਸੀਂ ਹਾਈਲਾਈਟ ਕਰੋ, ਇਹ ਲੋਕਾਂ 'ਚ ਗੱਲ ਜਾਵੇ ਤੇ ਲੋਕ ਸਾਨੂੰ ਇਸ ਮੋਰਚੇ ਲਈ ਸਮਰਥਨ ਦੇਣ। ਸਾਨੂੰ ਸਰਕਾਰਾਂ ਤੇ ਸਾਨੂੰ ਪ੍ਰਸ਼ਾਸਨ ਤੇ ਕੋਈ ਭਰੋਸਾ ਨਹੀਂ। ਇਹ ਪੁਲਿਸ ਮੁਲਾਜ਼ਮ ਲੱਗੇ ਹੋਏ ਸਰਪੰਚ ਸਾਹਿਬ, ਇਹ ਤੁਹਾਡੀ ਸੁਰੱਖਿਆ ਲਈ ਲਾਏ ਹੋਏ ਇੱਥੇ?
ਇਹ ਅਸੀਂ ਕੋਈ ਸਾਨੂੰ ਇਹ ਹਿਲਜੁਲ ਨਹੀਂ, ਅਸੀਂ ਰਹਿਣ ਸ਼ਾਂਤਮਈ ਇੱਥੇ ਇਹ ਧਰਨਾ ਲਾਇਆ ਵਾ ਸੀ। ਇੱਥੇ 2 ਪੁਲਿਸ ਮੁਲਾਜ਼ਮ ਹੁੰਦੇ ਤੇ ਕੱਲ ਦੇ ਇਹ ਨਹੀਂ 8-10 ਪੁਲਿਸ ਮੁਲਾਜ਼ਮ ਇੱਥੇ ਕਰਤੇ। ਸਾਡਾ ਇਹ ਕੋਈ ਇਹਨਾਂ ਦਾ ਦੁਆ ਨਹੀਂ ਹੈਗਾ। ਸਾਡੀ ਤੁਹਾਡੀ ਸੁਰੱਖਿਆ ਲਈ ਲਾਏ ਹੋਣੇ ਫਿਰ? ਸੁਰੱਖਿਆ ਵਾਸਤੇ ਨਹੀਂ ਲਾਈ, ਇਹ ਤਾਂ ਫੈਕਟਰੀ ਸੁਰੱਖਿਆ ਵਾਸਤੇ ਲਾਈ ਹੈ ਵੀ ਕੱਲ ਟਿੱਪਰ ਲਿਖਾਉਂਦੇ ਇਹਨਾਂ ਨੇ ਗੱਡੀਆਂ ਲਿਖਾਉਂਦੇ ਆ। ਕੱਲ ਜਾਂ ਸਾਡਾ ਲੋਕਾਂ ਦਾ ਇੱਥੇ ਦੇਖਿਆ ਇਕੱਠ ਤਾਂ ਇਹ ਨਹੀਂ ਉਸ ਵੇਲੇ ਫਿਰ ਇਹ ਦੇਖ ਪਿੱਛੇ ਹਟ ਗਏ। ਪਰ ਜਿਹੜੀ ਇਹ ਸੜਕ ਦੀ ਗੱਲ ਕਰਦੇ ਆ, ਇਹ ਸੜਕ ਜਿਹੜੀ ਹੈਗੀ ਸਾਡੀ ਜਿਹੜੀ ਸੜਕ ਹੈ ਇਹ ਭੜਿਆਰ ਪੰਡੋਰੀ ਡੰਗੋਰੀ ਦੇ ਵਿੱਚ ਘੁੰਮ ਕੇ ਆਉਂਦੀ ਹੈ। ਜਿਹੜੀ ਇੱਧਰ ਸੜਕ ਹੈ ਇਹ ਸਾਡੀ ਇਹ ਕੋਟ ਤੋਂ ਆਉਂਦੀ ਸੜਕ। ਇਹ ਸੜਕ ਸਾਡੀ ਜਿਹੜੀ ਹੈਗੀ ਸਾਡੇ ਆਪਣੇ ਰਿਸ਼ਤੇਦਾਰਾਂ ਨੇ ਆਪਣੀ ਇਹ ਖਸਰਾ ਨੰਬਰ ਜ਼ਮੀਨ ਦੇ ਵਿੱਚੋਂ ਦਿੱਤੀ ਵੀ ਹੈ। ਉਹ ਸਾਡੀ ਭਾਈਬੰਦੀ ਨਾਲ ਦਿੱਤੀ ਸੀ ਉਸ ਵੇਲੇ ਵੀ ਸਿੱਧੀ ਸੜਕ ਨਹੀਂ ਤਾਂ ਉਹਨੇ ਇਹ ਕਹਿੰਦੇ ਉੱਦਾਂ ਨਹੀਂ ਅਸੀਂ ਇਹ ਮਿਹਨਤ ਵਾਲਾ ਕਰਕੇ ਉਹਨਾਂ ਦੇ ਸਿੱਧਾ ਇਹ ਜਿਹੜਾ ਰੋਡ ਹੈ ਲਿਆ ਤਾਂ ਅਦਰਵਾਈਜ਼ ਰੋਡ ਹੈ ਨਹੀਂ। ਇਹ ਚਾਰ ਕਰਨ ਦੀ ਗੋਰੀ ਵੀ ਉਰੇ ਰਹਿ ਜਾਂਦੀ ਹੈ ਤੇ ਅਸੀਂ ਮਿਹਨਤ ਵਾਲਾ ਕਰਕੇ ਉਹਨਾਂ ਤੇ ਇਹ ਜਿਹੜੀ ਗੋਰੀ ਇਹ ਸੜਕ ਕਢਾਈ ਸੀਗੀ। ਅੱਜ ਇਹ ਜਿਹੜੀ ਸੜਕ ਹੈ ਉਹ ਇਹ ਬੜੇ ਬੜੇ ਟਿੱਪਰ ਟਰਾਲੇ ਜਿਹੜੇ ਕਿ ਇਹ 20-20 22 ਇਹ ਚੱਕੇ ਇੱਥੇ ਆਉਂਦੇ ਆ ਤੇ ਸਾਡੇ ਜਿਹੜੇ ਲੋਕਾਂ ਨੂੰ ਬੱਚਿਆਂ ਨੂੰ ਸਕੂਲ ਦੀਆਂ ਬੱਸਾਂ ਉਹ ਵੀ ਲੇਟ ਹੋ ਜਾਂਦੀਆਂ। ਤੁਹਾਡੀ ਦਿੱਤੀ ਸੜਕ, ਤੁਸੀਂ ਰੋਡ ਬਣਵਾਈ ਸੀ, ਤੁਹਾਡੇ ਵਾਸਤੇ ਰੋੜਾ ਬਣ ਗਈ। ਰੋੜਾ ਬਣ ਗਈ ਜੀ, ਇੰਨਾ ਸਾਡਾ ਬੁਰਾ ਹਾਲ ਹੈ। ਸਾਡੇ ਤੁਹਾਨੂੰ ਕਿਹਾ ਜੀ ਬੱਚੇ ਸਕੂਲ ਦੀਆਂ ਬੱਸਾਂ ਵੀ ਲੇਟ ਹੋ ਜਾਂਦੀਆਂ। ਜੇ ਅਸੀਂ ਕਿਤੇ ਜਾਣਾ ਤਾਂ ਸਾਨੂੰ ਸਾਈਡ ਹੀ ਨਹੀਂ ਮਿਲਦੀ। ਉਹ ਇਹ ਜੇ ਅਸੀਂ ਕੋਈ ਗੱਲ ਵੀ ਕਰਦੇ ਹੌਰਨ ਮਾਰਦੇ ਟਿੱਪਰਾਂ ਵਾਲੇ ਸਾਨੂੰ ਇਹ ਸਾਈਡ ਨਹੀਂ ਦਿੰਦੇ ਜੀ, ਇੰਨਾ ਬੁਰਾ ਹਾਲ ਹੈ। ਭਾਈ ਇੱਕ ਗੱਲ ਆ ਕਿ ਜਦੋਂ ਪੰਜਾਬ ਦਾ ਧੂਆਂ ਦਿੱਲੀ ਵੱਲ ਜਾਂਦਾ ਹੈ ਤਾਂ ਪੰਜਾਬ ਦੇ ਕਿਸਾਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾਂਦਾ, ਪਰਚੇ ਹੋਣ ਲੱਗ ਜਾਂਦੇ ਆ, ਸਖਤ ਸਜ਼ਾਵਾਂ ਉਹਨਾਂ ਨੂੰ ਦੇਣ ਦੀ ਗੱਲ ਕੀਤੀ ਜਾਂਦੀ ਵੀ ਪੰਜਾਬ ਦੀ ਪਰਾਲੀ ਇੱਥੇ ਫੂਕੀ ਜਾਂਦੀ ਤਾਂ ਦਿੱਲੀ ਪ੍ਰਦੂਸ਼ਣ ਹੁੰਦਾ। ਅੱਜ ਪ੍ਰਦੂਸ਼ਣ ਜੇ ਉਸ ਫੈਕਟਰੀ 'ਚ ਹੋ ਰਿਹਾ, ਹਿਮਾਚਲ ਦਾ ਧੂਆਂ ਇੱਧਰ ਆ ਰਿਹਾ ਤਾਂ ਕਹਿੰਦੇ ਅਸੀਂ ਹਿਮਾਚਲ ਤੇ ਕਾਰਵਾਈ ਨਹੀਂ ਕਰ ਸਕਦੇ। ਤੁਸੀਂ ਯੰਗ ਹੋ, ਤੁਸੀਂ ਕਿੱਦਾਂ ਦੇਖਦੇ ਹੋ ਭਾਈ? ਜਿਹੜਾ ਮਤਲਬ ਫੈਕਟਰੀ ਦਾ ਕਦੋਂ ਦਾ ਹੀ ਵਿਰੋਧ ਕਰ ਰਹੇ ਇੱਥੇ ਖੜੇ ਸਾਰੇ ਲੋਕ ਕਰਦੇ ਆ ਨਾ। ਹੁਣ ਕਈ ਵਾਰ ਜਾ ਕੇ ਆਈਏ ਕੋਈ ਵੀ ਸਾਡੀ ਗੱਲ ਨਹੀਂ ਸੁਣ ਰਿਹਾ ਜੀ ਧੂਆਂ ਦੇ ਪ੍ਰਤੀ। ਤੁਸੀਂ ਕੀ ਸਮਝਦੇ ਹੋ ਜੀ ਵੀ ਧੂਆਂ ਉਧਰ ਤੇ ਜਦੋਂ ਇੱਧਰ ਆਉਂਦਾ ਉਹਦੇ ਤੇ ਕਾਰਵਾਈ ਨਹੀਂ ਹੋ ਸਕਦੀ, ਧੂਆਂ ਜਦੋਂ ਦਿੱਲੀ ਪਹੁੰਚਦਾ ਫਿਰ ਕਿਸਾਨਾਂ ਤੇ ਕਾਰਵਾਈ ਹੁੰਦੀ? ਅਸੀਂ ਦੱਸਿਆ ਜੀ ਵੀ ਜਦੋਂ ਪੰਜਾਬ ਦੇ ਵਿੱਚ ਪਰਾਲੀ ਫੂਕੀ ਜਾਂਦੀ ਦਿੱਲੀ ਨੂੰ ਕਹਿੰਦੇ ਚੈਂਬਰ ਬਣ ਗਿਆ। ਆ ਪੂਰੇ ਪੰਜਾਬ ਦੀ ਨਹੀਂ, ਇਹ ਹਰਿਆਣੇ ਤੋਂ ਵੀ ਹੋਰ ਸਟੇਟਾਂ ਦੀ ਪਰਾਲੀ ਲੈ ਕੇ ਸਾਡੇ ਸਿਰ ਤੇ ਫੂਕਦਾ ਤੇ ਇੱਥੇ ਇਹਨਾਂ ਪੋਲੂਸ਼ਨ ਹੀ ਨਜ਼ਰ ਆਉਂਦਾ। ਇੱਕ ਸਾਡੀ ਇਹ ਬੇਨਤੀ ਜਿਹੜੀ ਤੁਸੀਂ ਆਖੀ ਵੀ ਹਿਮਾਚਲ 'ਚ ਫੈਕਟਰੀ ਹੈ, ਇਹਦਾ ਬੈਨੀਫਿਟ ਹਿਮਾਚਲ ਸਰਕਾਰ ਟੈਕਸਾਂ ਰਾਹੀਂ ਵੀ ਲੈਂਦੀ ਤੇ ਜਿਹੜਾ ਪੋਲੂਸ਼ਨ ਦਾ ਸਾਨੂੰ ਹੰਢਾਉਣਾ ਪੈਂਦਾ। ਹਿਮਾਚਲ ਦੇ ADC ਨੇ ਕਿਹਾ ਸੀ ਤੇ ਸਮੱਸਿਆ ਤੁਹਾਡੀ ਪੰਜਾਬ ਦੀ, ਪੰਜਾਬ ਨਾਲ ਨਿਜਟੋ। ਅਸੀਂ ਕਿਹਾ ਹਿੰਦੁਸਤਾਨ ਦੇ ਵਾਸੀ ਹੈ, ਇਹ ਧਰਤੀ 'ਤੇ ਲਕੀਰਾਂ ਖਿੱਚੀਆਂ ਸਾਡੇ ਕੋਈ ਮਹਿਨਾ ਨਹੀਂ ਰੱਖਦੀਆਂ। ਤੇ ਅਸੀਂ ਜਦੋਂ ਪੰਜਾਬ ਦੇ ਪ੍ਰਸ਼ਾਸਨ ਨਾਲ ਗੱਲ ਕੀਤੀ ਉਹ ਵੀ ਕਹਿੰਦਾ ਯਾਰ ਇਹ ਤਾਂ ਮਤਲਬ ਡੀ ਸਾਹਿਬ ਨੇ ਸਾਡੀ ਗੱਲ ਮੰਨੀ ਵੀ ਪੋਲੂਸ਼ਨ ਤੇ ਤੁਸੀਂ ਹੰਢਾਉਂਦੇ ਹੋ, ਬੈਨੀਫਿਟ ਸਾਰਾ ਹਿਮਾਚਲ ਨੂੰ ਮਿਲਦਾ। ਪਰ ਉਹ ਅੱਜ ਜਦੋਂ ਉਧਰ ਦੀਆਂ ਅਸੀਂ ਗੱਡੀਆਂ ਰੋਕੀਆਂ ਹੁੰਦੀਆਂ ਇੰਡਸਟਰੀਲਿਸਟੀਆਂ ਟਿੱਪਰ ਲੋਕੀ ਉਹ ਵੀ ਤਾਂ ਹਿਮਾਚਲ ਤੋਂ ਆ ਰਹੇ ਨਾ, ਉਹ ਤਾਂ ਹਿਮਾਚਲ ਤੋਂ ਆ ਰਿਹਾ। ਇਹ ਵੀ ਕਿਉਂ ਵਜੇਦਾ ਪ੍ਰਸ਼ਾਸਨ ਕਿਉਂ ਟਿੱਪਰ ਗੱਡੀਆਂ ਜ਼ਰੂਰ ਲਗਾਈਆਂ ਜਾਣ? ਇਹਨਾਂ ਨੂੰ ਲੱਗਦਾ ਹੋਣਾ ਵੀ ਜਿਹੜੇ ਤੁਹਾਡੇ ਲੋਕਾਂ ਦੇ ਪਿੰਡ ਦੇ ਲੋਕਾਂ ਦੇ ਅੰਦਰ ਫਿਰ ਫਿਲਟਰ ਲੱਗੇ ਹੋਣੇ ਆ ਜਿਹੜਾ ਪ੍ਰਦੂਸ਼ਣ ਅੰਦਰ ਕੋਈ ਨੁਕਸਾਨ ਹੀ ਨਹੀਂ ਕਰਦਾ। ਅਸੀਂ ਤਾਂ ਐ ਸਮਝਦੇ ਵੀ ਸਾਨੂੰ ਲੋਕਾਂ ਨੂੰ ਆਪਣੇ ਨਾਗਰਿਕ ਹੀ ਨਹੀਂ ਸਮਝਦੇ। ਅਸੀਂ ਬਗਾਵਤ ਕਰਾਂਗੇ, ਇਸ ਪ੍ਰਸ਼ਾਸਨ ਦੇ ਵਿਰੋਧ 'ਚ ਬਗਾਵਤ ਕਰਾਂਗੇ। ਅਸੀਂ ਸਾਬਤ ਕਰਾਂਗੇ ਦੇਸ਼ ਦੇ ਨਾਗਰਿਕ ਹਾਂ, ਸਾਡਾ ਰਾਈਟ ਆਪਣਾ ਹੱਕ ਲੈ ਕੇ ਰਹਾਂਗੇ। ਇੱਕ ਸਾਡੀ ਬੇਨਤੀ ਹੋਰ ਹੈ, ਸਾਜ਼ਿਸ਼ ਅਧੀਨ ਇੱਥੇ 4-5 ਗੱਡੀਆਂ ਖੜੀਆਂ ਕੀਤੀਆਂ, ਅਸੀਂ ਪ੍ਰਸ਼ਾਸਨ ਦੇ ਨੋਟਿਸ 'ਚ ਵੀ ਲੈਂਦੇ ਖਾਲੀ ਮਿਲ ਵਾਲੇ ਤੇ ਕ੍ਰੈਸ਼ਰ ਵਾਲਿਆਂ ਨੇ ਉਹ ਸਾਜ਼ਿਸ਼ ਦੇ ਅਧੀਨ ਇੱਥੇ ਖੜੀਆਂ ਕੀਤੀਆਂ। ਕੋਈ ਨਾ ਕੋਈ ਕਾਰਵਾਈ ਕਰਨ ਨੂੰ, ਕੋਈ ਨਾ ਸਾਡੇ ਵਿਰੋਧ 'ਚ ਕੋਈ ਨਾ ਕੋਈ षडयंत्र ਰਚਣ। ਗੱਡੀਆਂ ਜੀ ਇਹ ਇੰਡਸਟਰੀ ਦੀਆਂ ਤੇ ਟਿੱਪਰ ਨੇ ਇੱਥੇ ਖਾਲੀ ਕੀਤੇ। ਇਹਨੂੰ 4-5 ਦਿਨ ਹੋ ਗਏ, ਅਸੀਂ ਪ੍ਰਸ਼ਾਸਨ ਦੇ ਨੋਟਿਸ 'ਚ ਵੀ ਲੈਂਦਾ ਸੀ। ਪ੍ਰਸ਼ਾਸਨ DSP ਸਾਹਿਬ ਵੀ ਕਹਿੰਦੇ ਕੋਈ ਗੱਲ ਨਹੀਂ ਖੜੀਆਂ ਰਹਿਣ ਦਿਓ, ਪਰ ਇਹਨਾਂ ਗੱਡੀਆਂ ਦਾ ਹਵਾਲਾ ਦੇ ਕੇ ਸਾਡੇ ਤੇ ਪਰਚਾ ਪਿਆ। ਗੱਡੀਆਂ ਹੀ ਨਹੀਂ ਲੋਕਾਂ ਨਾਲ ਇਹਨਾਂ ਨਾਲ ਰੋਕੀਆਂ ਗੱਡੀਆਂ ਦਾ ਵੀ ਵਿੱਚ ਹਵਾਲਾ। ਤੁਹਾਡੇ ਪਾਣੀ 'ਚ ਪ੍ਰਦੂਸ਼ਣ ਵਗੈਰਾ ਆਇਆ ਜਿਹੜੇ ਤੋਂ ਤੁਹਾਨੂੰ ਲੱਗਦਾ ਵੀ ਇੱਥੇ ਪ੍ਰਦੂਸ਼ਿਤ ਹੋ ਗਿਆ ਸਾਡਾ ਪਾਣੀ? ਪਾਣੀ ਦੇ ਵਿੱਚ ਵੀ ਪ੍ਰਦੂਸ਼ਣ ਹੈ ਜੀ। ਜਿਹੜਾ ਸਾਡਾ ਪਾਣੀ ਇਸ ਵੇਲੇ ਇਹ ਜਿਹੜਾ ਇਹ ਪਾਣੀ ਛੱਡਦੇ ਨਾ ਜੀ, ਮੈਂ ਤੁਹਾਨੂੰ ਇਹ ਆ ਮੂਵੀ ਦਿਖਾ ਦਿੰਦਾ। ਇਹ ਉਹ ਪਾਣੀ ਜਿਹੜਾ ਸਵਾਨ ਨਦੀ ਜਾ ਕੇ ਇੱਥੋਂ ਸਵਾਨ ਨਦੀ 5-4 ਕਿਲੋਮੀਟਰ ਹੈ ਜੀ, ਉਹ ਤੋਂ ਜਾ ਕੇ ਫਿਰ ਇਹ ਸਤਲੁਜ 'ਚ ਪੈਂਦਾ। ਜਿਹੜਾ ਪਾਣੀ ਇੰਨਾ ਇਹ ਗੰਦਾ, ਉਹ ਜਿਹੜੇ ਜੀਵ ਪਾਣੀ ਵਾਲੇ ਉਹਨਾਂ ਨੂੰ ਵੀ ਇਹ ਇਹ ਕਰ ਰਿਹਾ ਪ੍ਰਭਾਵਿਤ। ਬਾਕੀ ਜਿਹੜੇ ਸਾਡੇ ਇਹ ਪੇੜ ਪੌਦੇ ਜੰਗਲੀ ਜਾਨਵਰ ਹੈ ਉਹ ਪਾਣੀ ਇਹ ਪੀਂਦੇ ਹੈ। ਹਾਂ, ਅਵਾਰਾ ਪਸ਼ੂ ਹੈ ਉਹ ਪਾਣੀ ਪੀਂਦੇ ਹੈ। ਤੇ ਇੰਨਾ ਮਾੜਾ ਹਾਲ ਹੈ ਜਿਹੜਾ ਕਿ ਇੱਕ ਇਹ ਜੰਗਲੀ ਜਾਨਵਰ ਜੇ ਮਾਰ ਦਿੱਤਾ ਜਾਵੇ ਉਹਦੇ ਉੱਪਰ ਇਹ ਉਹ ਧਾਰਾ ਪ੍ਰਕਿਰਤੀ ਨੂੰ ਵੀ ਤਬਾਹ ਕੀਤਾ ਜਾ ਰਿਹਾ। ਪ੍ਰਕਿਰਤੀ ਨੂੰ ਵੀ ਤਬਾਹ ਕੀਤਾ ਜਾਂਦਾ। ਜਿਹੜੀ ਸਟੇਟ ਦੀ ਗੱਲ ਹੈ, ਸਟੇਟ ਜਿਹੜੀ ਆ ਇਹ ਆਪਣੇ ਹਿਮਾਚਲ ਜਾਂ ਪੰਜਾਬ, ਇਹ ਤਾਂ ਇੱਕ ਲਾਈਨ ਇਸ ਕਰਕੇ ਬਣਾਈ ਵੀ ਡਿਵੈਲਪਮੈਂਟ ਵਾਸਤੇ ਬਣਾਈ ਹੈ। ਅੱਜ ਉਹ ਇਹ ਸਮਝਦੇ ਵੀ ਪਤਾ ਨਹੀਂ ਇਹ ਚੀਨ ਜਾਂ ਪਾਕਿਸਤਾਨ ਇੱਦਾਂ ਦਾ ਕੰਮ ਹੋ ਗਿਆ ਸਾਡੇ ਪੰਜਾਬ ਤੇ ਹਰਿਆਣਾ ਦਾ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਜਿੱਦਾਂ ਚੀਨ ਤੇ ਇੰਡੀਆ ਦੀ ਲੜਾਈ ਹੁੰਦੀ ਹੈ। ਇੱਦਾਂ ਦਾ ਇਹ ਨਹੀਂ ਸਮਝ ਲਿਆ ਵਾ ਜੀ ਪ੍ਰਸ਼ਾਸਨ ਨੇ ਵੀ। ਇਹ ਜਿਹੜੇ ਤਾਂ ਫੋਰੈਸਟ ਵਾਲੇ ਆਉਂਦੇ ਆ ਉਹ ਤਾਂ ਸਾਨੂੰ ਪੁੱਛਦੇ ਵੀ ਨਹੀਂ, ਸਿੱਧੇ ਜਾ ਕੇ ਉੱਥੇ ਖੜ੍ਹਦੇ ਵੀ ਇਹ ਉਹਦੀ ਇੰਡਸਟਰੀ ਦੇ ਵਿੱਚ। ਔਰ DSP ਤਹਿਸੀਲਦਾਰ ਤੇ SDM ਆਉਂਦਾ ਉਹ ਉਹਦੇ ਇਹ ਜਾਲ ਦੇ ਇਹ ਲੈ ਇਹ ਚਾਰਦੁਆਰੀ ਤੇ ਅੰਦਰ ਵੀ ਨਹੀਂ ਜਾਂਦੇ, ਪੰਜਾਬ 'ਚ ਵੀ ਨਹੀਂ ਜਾਂਦੇ। ਕਹਿੰਦੇ ਇਹ ਪੰਜਾਬ ਜਿਹੜੀ ਜਗ੍ਹਾ ਉਹਨੂੰ ਵੀ ਕਹਿੰਦੇ ਹਿਮਾਚਲ ਦੇ ਵਿੱਚ। ਅਸੀਂ ਇਹਦਾ ਇਨਸਾਫ ਚਾਹੁੰਦੇ ਹਾਂ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਜੇ ਨਾ ਮਿਲਿਆ ਤਾਂ ਅਸੀਂ ਇਹ ਇੱਥੋਂ ਗੱਡੀਆਂ ਨਹੀਂ ਲੱਖਣ ਦੇ, ਸਾਡੀਆਂ ਲਾਸ਼ਾਂ ਪਰ ਤੇ ਗੱਡੀਆਂ ਟਪਾ ਕੇ ਜਾ ਸਕਦੇ ਨਹੀਂ। ਇੱਥੇ ਵਿਧਾਇਕ ਜੈ ਕਿਸ਼ਨ ਰੋੜੀ ਸਾਹਿਬ ਜਿਹੜੇ ਹੈਗੇ ਆ ਉਹ ਆਏ ਆ ਜੀ ਇੱਥੇ। ਜੈ ਕਿਸ਼ਨ ਰੋੜੀ ਸਾਹਿਬ ਜਿਹੜੇ ਡਿਪਟੀ ਸਪੀਕਰ ਹੈ ਜੀ,
ਇੱਕ ਦਿਨ ਆਏ ਸੀ ਤੇ ਉਹਨਾਂ ਨੇ ਜਿਸ ਤਰ੍ਹਾਂ ਆਮ ਲੋਲੀਪੌਪ ਦਿੱਤਾ ਜਾਂਦਾ ਸਾਰਿਆਂ ਨੇ ਲੋਲੀਪੌਪ ਦਿੱਤਾ, ਪ੍ਰਸ਼ਾਸਨ ਨੇ ਸਾਰੇ ਨੇ। ਦੇਖੋ ਦੋ ਧਾਰਾ ਬਣਦੀਆਂ ਸਾਡੇ ਪੰਜਾਬ ਦੇ ਵਿੱਚ, ਇੱਕ ਜ਼ਮੀਨ ਹੁੰਦੀ ਡੀਲਿਸਟਡ ਜਿਹਦੇ ਤੇ ਮਾਈਨਿੰਗ ਡਿਪਾਰਟਮੈਂਟ ਕਾਰਵਾਈ ਕਰ ਸਕਦਾ, ਤੇ ਦੂਸਰੀ ਜ਼ਮੀਨ ਹੁੰਦੀ ਜਿਹੜੀ ਹੈ ਦਫਾ ਦੇ ਵਿੱਚ, ਉਹਦੇ ਤੇ ਜੰਗਲਾਤ ਡਿਪਾਰਟਮੈਂਟ ਕਾਰਵਾਈ ਕਰ ਸਕਦਾ। ਅਸੀਂ ਦੋਹਾਂ ਡਿਪਾਰਟਮੈਂਟਾਂ ਨੂੰ ਦੱਸਿਆ ਕਿ ਇੱਥੋਂ ਜਿਹੜੀ ਜ਼ਮੀਨ ਆ ਪੱਧਰੀ ਕੀਤੀ ਗਈ, ਟੋਏ ਪਾਏ ਗਏ, ਮੁੜ ਕੇ ਫਿਰ ਭਰੇ ਗਏ, ਪਹਾੜੀ ਦੀ ਬਣਤਰ ਖਰਾਬ ਕੀਤੀ ਗਈ। ਦੋਏ ਮਹਿਕਮੇ ਸਾਨੂੰ ਲੋਲੀਪੌਪ ਦੇ ਕੇ ਚਲੇ ਗਏ ਤੇ ਦੋਹਾਂ ਨੇ ਇਹ ਕੀਤਾ ਕਿ ਸਾਡੀ ਸੁਣਵਾਈ ਤਾਂ ਨਹੀਂ ਕੀਤੀ ਤੇ ਸਾਨੂੰ ਇਹ ਨਹੀਂ ਪਤਾ ਕੀ ਕਾਰਵਾਈ ਕਰਦੇ ਆ। ਤੁਹਾਡੇ ਕੋਲ ਤਾਂ ਡਿਪਟੀ ਸਪੀਕਰ ਸਾਹਿਬ ਆਪ ਆ ਕੇ ਚੱਲ ਗਏ, ਤੁਸੀਂ ਕਹਿੰਦੇ ਹੋ ਸਾਡੇ ਨਾਲ ਐਸਡੀਐਮ ਸਾਹਿਬ ਨੇ ਬਦਤਮੀਜ਼ੀ ਕੀਤੀ, ਫਿਰ ਸਰਕਾਰ ਦਾ ਕੋਈ ਪ੍ਰਭਾਵ ਹੈ ਨਹੀਂ ਪ੍ਰਸ਼ਾਸਨ ਦੇ ਉੱਤੇ? ਪ੍ਰਸ਼ਾਸਨ ਸਰਕਾਰ ਤੋਂ ਡਰਦਾ ਹੀ ਨਹੀਂ? ਦੇਖੋ ਅੱਜ ਦੇ ਸਮੇਂ 'ਚ ਜਿਹੜਾ ਕੱਲ੍ਹ ਵਾਰਦਾਤ ਹੋਈ ਹੈ ਉਹਦੇ ਮੁਤਾਬਕ ਤਾਂ ਐਂ ਲੱਗਦਾ ਵੀ ਜਿਹੜਾ ਪ੍ਰਸ਼ਾਸਨ ਹੈ ਉਹ ਸਰਕਾਰ ਤੋਂ ਉੱਪਰ ਹੋ ਗਿਆ ਤੇ ਸਰਕਾਰ ਇਹਦੀ ਕੋਈ ਬਣਦੀ ਕਾਰਵਾਈ ਨਹੀਂ ਕਰ ਰਹੀ। ਸੋ ਬਿਲਕੁਲ ਜੈ ਕਿਸ਼ਨ ਰੋੜੀ ਸਾਹਿਬ ਹੋਰੀ ਜਿਹੜੇ ਹੈਗੇ ਡਿਪਟੀ ਸਪੀਕਰ, ਕੋਸ਼ਿਸ਼ ਕਰਦੇ ਆ ਕਿ ਜੇ ਉਹਨਾਂ ਦੇ ਨਾਲ ਸਾਡੀ ਕੋਈ ਗੱਲਬਾਤ ਹੁੰਦੀ ਹੈ ਇਸ ਮਸਲੇ ਦੇ ਬਾਬਤ ਤਾਂ ਉਹਨਾਂ ਦਾ ਕੀ ਕਹਿਣਾ। ਸੋ ਕੋਸ਼ਿਸ਼ ਕਰਕੇ ਦੇਖਦੇ ਆ ਕਿ ਰੋੜੀ ਸਾਹਿਬ ਕੀ ਕਹਿੰਦੇ ਆ। The person you're calling is not answering. ਨੰਬਰ ਵਿਅਸਤ ਆ ਰਿਹਾ, ਇੱਕ ਵਾਰੀ ਫੇਰ ਕੋਸ਼ਿਸ਼ ਕਰਕੇ ਦੇਖਦੇ ਆ। ਸੋ ਨੰਬਰ ਡਾਇਲ ਕੀਤਾ ਸੀ, ਨਹੀਂ ਚੁੱਕਿਆ ਗਿਆ ਜੈ ਕਿਸ਼ਨ ਸਿੰਘ ਰੋੜੀ ਹੋਰਾਂ ਵੱਲੋਂ, ਕਿਉਂਕਿ ਉਹਨਾਂ ਦਾ ਹਲਕਾ ਇਹ ਤੇ ਡਿਪਟੀ ਸਪੀਕਰ ਵੀ ਨੇ ਤਾਂ ਇਹਨਾਂ ਕੋਲ ਆ ਕੇ ਵੀ ਗਏ ਆ ਤੇ ਇਹਨਾਂ ਦੀ ਸਮੱਸਿਆਵਾਂ ਦਾ ਪਰ ਅਜੇ ਤੱਕ ਹੱਲ ਨਹੀਂ ਹੋਇਆ। ਕੋਸ਼ਿਸ਼ ਕਰਾਂਗੇ ਕਿ ਜੇਕਰ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ ਤਾਂ ਜਾਣਨ ਦਾ ਯਤਨ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ, ਕਦੋਂ ਇਹਨਾਂ ਦੇ ਮਸਲੇ ਹੱਲ ਹੋਣਗੇ। ਪਰ ਮਸਲਾ ਗੰਭੀਰ ਹੈ। ਭਾਰਤ ਦੇ ਵਿੱਚ ਰਹਿਣ ਵਾਲੇ ਹਰ ਇੱਕ ਨਾਗਰਿਕ ਦਾ ਇਹ ਹੱਕ ਬਣਦਾ ਹੈ ਕਿ ਉਸ ਨੂੰ ਸ਼ੁੱਧ ਹਵਾ ਜਿਹੜੀ ਹੈਗੀ ਆ ਉਹ ਪ੍ਰਸ਼ਾਸਨ ਮੁਹੱਈਆ ਕਰਾਵੇ, ਉਹਨਾਂ ਨੂੰ ਪੀਣ ਲਈ ਸਾਫ਼ ਪਾਣੀ ਮਿਲੇ। ਸੋ ਹਰ ਇੱਕ ਦਾ ਹੱਕ ਹੈ। ਹਰ ਇੱਕ ਦੀ ਜਦੋਂ ਵੋਟ ਬਣੀ ਹੁੰਦੀ ਹੈ ਤਾਂ ਉਦੋਂ ਹਰ ਕੋਈ ਹੱਥ ਜੋੜ ਕੇ ਆਉਂਦਾ। ਹੱਥ ਜੋੜ ਕੇ ਆਏ ਹੋਣੇ ਜੀ ਤੁਹਾਡੇ ਕੋਲ? ਜੀ ਬਿਲਕੁਲ ਜੀ, ਹੱਥ ਜੋੜ ਕੇ ਆਉਂਦੇ ਜੀ। ਜਦੋਂ ਹੁਣ ਦੇਖੋ ਆਏ ਤਾਂ ਹੁਣ ਵੀ ਸੀ, ਉਹ ਆਸ਼ਵਾਸਨ ਦੇਣ ਲਈ ਆਏ ਸੀ, ਪਰ ਆਸ਼ਵਾਸਨ ਉਹਨਾਂ ਦਾ ਸਿਰਫ ਕਾਗਜ਼ਾਂ 'ਚ ਜਾਂ ਸਿਰਫ ਜ਼ੁਬਾਨ 'ਚ ਰਹਿ ਗਿਆ। ਦੁਬਾਰਾ ਕੋਈ ਗੱਲ ਹੋਈ? ਜ਼ਮੀਨੀ ਹਕੀਕਤ ਕੋਈ ਨਹੀਂ ਹੋਇਆ, ਦੁਬਾਰਾ ਗੱਲ ਨਹੀਂ ਹੋਈ ਸਾਡੀ। ਤੁਹਾਨੂੰ ਹੁਣ ਉਮੀਦ ਹੈਗੀ ਉਹਨਾਂ ਤੋਂ? ਉਮੀਦ ਬਸ ਕੀਤੀ ਜਾ ਸਕਦੀ, ਉਹਦਾ ਹੈ ਕੋਈ ਉਮੀਦ ਨਹੀਂ, ਸਾਨੂੰ ਕੋਈ ਉਮੀਦ ਨਹੀਂ ਦਿਖ ਰਹੀ ਜੀ। ਜੋ ਕੱਲ ਦੇ ਹਾਲਾਤ ਦੇਖੇ ਸੀ ਅਸੀਂ, ਉਸ ਤੋਂ ਤਾਂ ਇਹ ਲੱਗਦਾ ਬਿਲਕੁਲ ਸਾਫ਼ ਹੋ ਗਿਆ, ਸਾਡਾ ਪਿਕਚਰ ਸਾਫ਼ ਹੋ ਗਈ। ਉਹਦਾ ਸਿਰਫ ਇਸੇ ਹੱਕ 'ਚ ਹੈ, ਜਿਹੜਾ ਪ੍ਰਸ਼ਾਸਨ ਹੈ ਉਹ ਧਰਨਾ ਚੁਕਾਉਣ ਦੇ ਹੱਕ 'ਚ ਹੈ, ਜਿਹੜਾ ਮਤਲਬ ਸਰਕਾਰ ਹੈ ਉਹ ਖਾਮੋਸ਼ ਹੈ। ਤੁਸੀਂ ਕੀ ਸੋਚਦੇ ਹੋ? ਮੈਂ ਤਾਂ ਇਹੀ ਸੋਚਦਾ ਵੀ ਗਲਤ ਸੋਚ ਰਹੇ ਸਾਡੇ ਪ੍ਰਤੀ, ਉਹਨਾਂ ਦਾ ਰਵੱਈਆ ਗਲਤ ਹੋ ਗਿਆ ਸਾਰਿਆਂ ਦਾ। ਤੁਸੀਂ ਹੁਣ ਤੁਹਾਡੀ ਜਿੱਦ ਕੀ ਕਹਿੰਦੀ ਆ ਵੀ ਹੁਣ ਤੁਸੀਂ ਚੱਕੇ ਜਾਓਗੇ ਜਾਂ ਫਿਰ? ਅਸੀਂ ਤਾਂ ਇਹ ਸੋਚਿਆ ਵੀ ਸਾਨੂੰ ਜਾਂ ਤਾਂ ਜੇਲ੍ਹ 'ਚ ਡੱਕਿਆ ਜਾਵੇ ਜਾਂ ਆਪਣੀ ਜਿਹੜੀ ਕਾਨੂੰਨੀ ਕਾਰਵਾਈ ਸਾਡੇ ਤੇ ਕਰਤੀ ਜਾਵੇ, ਪਰ ਅਸੀਂ ਜਦੋਂ ਤੱਕ ਜੇਲ੍ਹ 'ਚ ਬੈਠੇ ਜਿੱਦਣ ਜੇਲ੍ਹ ਤੋਂ ਛੁਟਕਾ ਕੇ ਤੁਹਾਨੂੰ ਫਿਰ ਇੱਥੇ ਬੈਠੇ ਆਂ। ਅਸੀਂ ਆਪਣੀ ਜਦ ਤੱਕ ਸਮੱਸਿਆ ਦਾ ਹੱਲ ਨਹੀਂ ਹੁੰਦਾ ਅਸੀਂ ਇੱਥੋਂ ਹਿੱਲਣਾ ਤੱਕ ਤੁਸੀਂ ਹਿੱਲਣਾ ਨਹੀਂ ਹਿੱਲਣਾ ਜੀ। ਸੋ ਬਿਲਕੁਲ ਹਰ ਇੱਕ ਦਾ ਅਧਿਕਾਰ ਹੈ, ਕਿਉਂਕਿ ਲੋਕਤੰਤਰ ਹੈ ਭਾਰਤ ਦੇ ਵਿੱਚ। ਹਰ ਇੱਕ ਨੂੰ ਸਾਫ਼ ਹਵਾ ਦਾ ਤੇ ਸਾਫ਼ ਪਾਣੀ, ਹਰ ਇੱਕ ਚੀਜ਼ ਜਿਹੜੀ ਹੈਗੀ ਹੈ ਉਹਨਾਂ ਨੂੰ, ਹਰ ਸਹੂਲਤ ਦਾ ਅਧਿਕਾਰ ਹੈ। ਸੜਕਾਂ ਉਹਨਾਂ ਨੂੰ ਵਧੀਆ ਮਿਲਣੀ ਚਾਹੀਦੀਆਂ ਲੋਕਾਂ ਨੂੰ। ਇਹੀ ਖੁਆਇਸ਼ਾਂ ਦੇ ਨਾਲ ਲੋਕਾਂ ਨੇ ਇਹੀ ਸੁਪਨੇ ਦੇਖ ਕੇ ਸਰਕਾਰਾਂ ਬਣਾਈਆਂ ਸੀ, ਸਦੀਆਂ ਤੋਂ ਬਣਾਉਂਦੇ ਆ ਰਹੇ ਆ, ਪਰ ਲੋਕਾਂ ਨੂੰ ਮਿਲਦੇ ਧੋਖੇ ਆ। ਜਿਸ ਤਰ੍ਹਾਂ ਬਜ਼ੁਰਗਾਂ ਨੇ ਦੱਸਿਆ ਕਿ ਲੋਲੀਪੌਪੇ ਮਿਲਦੇ ਆ ਰਹੇ ਆ, ਹੁਣ ਇਹ ਲੋਲੀਪੌਪੇ ਮਿਲਦੇ ਰਹੋਗੇ ਜਾਂ ਫਿਰ ਕੁਝ ਇਹਨਾਂ ਲੋਕਾਂ ਦਾ ਹੋਊਗਾ ਵੀ, ਕੁਝ ਬਣੇਗਾ ਇਹਨਾਂ ਦੇ ਹੱਕਾਂ ਦੇ ਵਿੱਚ, ਕੋਈ ਖੜੇਗਾ ਵੀ ਆ ਕੇ। ਇਹ ਦੇਖਣ ਵਾਲੀ ਗੱਲ ਰਹੇਗੀ ਕਿ ਲੋਕ ਹੁਣ ਇਸੇ ਤਰ੍ਹਾਂ ਧਰਨਾ ਲਾ ਕੇ ਬੈਠੇ ਰਹਿਣਗੇ ਜਾਂ ਕੋਈ ਕਾਰਵਾਈ ਹੋਊਗੀ ਜਾਂ ਫਿਰ ਇਹਨਾਂ ਨਾਲ ਕੋਈ ਇਨਸਾਫ ਹੋਊਗਾ। ਸੋ ਇੱਥੇ ਔਰਤਾਂ ਵੀ ਹੈਗੀਆਂ, ਜਿੱਥੇ ਪਿੰਡ ਦੇ ਮਰਦ ਹੈਗੇ ਨੇ, ਮਾਤਾਵਾਂ ਵੀ ਇੱਥੇ ਇਕੱਠੀਆਂ ਹੋਈਆਂ ਧਰਨੇ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ। ਸੋ ਮਾਤਾਵਾਂ ਨਾਲ ਵੀ
ਗੱਲਬਾਤ ਕਰਦੇ ਆ। ਕੀ ਹਾਲ ਨੇ ਜੀ? ਮਾਤਾ ਜੀ ਠੀਕ ਹੋ? ਹਾਂ ਠੀਕ ਕਿਤੇ ਹੈ, ਖਾਂਸੀ ਹੈ, ਸਾਹ ਨਹੀਂ ਆਉਂਦਾ, ਛਾਤੀ 'ਚ ਦਰਦ ਹੁੰਦੀ, 10 ਵਾਰੀ ਉੱਠ ਕੇ ਪਾਣੀ ਪੀਦਾ, ਬਾਹਰ ਨਹੀਂ ਸੌ ਸਕਦੇ, ਇੰਨੀ ਮਿੱਟੀ ਘੱਟਾ, ਉਹ ਕਾਲਾ ਧੂੰਆਂ, ਹੱਥ ਪੈਰ ਕਾਲੇ ਹੋ ਜਾਂਦੇ ਆ। ਹੋਰ ਅਸੀਂ ਕੀ ਕਰ ਸਕਦੇ ਹਾਂ? ਤੁਸੀਂ ਤਾਂ ਭਾਰਤ ਦੇ ਵਾਸੀ ਹੋ, ਰਹਿਣ ਵਾਲੇ ਹੋ। ਦੋ ਜਿਹੜੇ ਸਟੇਟਾਂ ਤੁਹਾਡੇ ਨਾਲ ਲੱਗ ਰਹੀਆਂ, ਤੁਸੀਂ ਪੰਜਾਬ 'ਚ ਰਹਿੰਦੇ, ਬਿਲਕੁਲ ਹੱਦ ਵਿੱਚ ਜਿਹੜੀ ਹੈਗੀ ਇੰਡਸਟਰੀ ਹੈਗੀ ਆ, ਤੇ ਤੁਹਾਡੀ ਸਰਕਾਰ ਸੁਣ ਕਿਉਂ ਨਹੀਂ ਰਹੀ? ਤੁਹਾਨੂੰ ਕੀ ਲੱਗਦਾ? ਹੁਣ ਸਰਕਾਰ ਨੂੰ ਪਤਾ ਕਿਉਂ ਨਹੀਂ ਸੁਣ ਰਹੀ ਹੈ। ਅਸੀਂ ਕੁਝ ਹੋਰ ਤਾਂ ਨਹੀਂ ਮੰਗਦੇ, ਸ਼ੁੱਧ ਹਵਾ ਮੰਗਦੇ ਆ, ਸ਼ੁੱਧ ਪਾਣੀ ਮੰਗਦੇ ਆ। ਇੱਕ ਆ ਜਿਹੜੀ ਪ੍ਰਦੂਸ਼ਣ ਹੈ, ਇਹ ਤੋਂ ਸਾਡੇ ਬੱਚਿਆਂ ਦਾ ਵੀ ਹਾਲਤ ਖਰਾਬ ਹੈ। ਬੱਚਿਆਂ ਨੂੰ ਵੀ ਖਾਂਸੀ ਆ, ਕਹਾਂ ਬੱਚਿਆਂ ਦਾ ਵੀ ਭਵਿੱਖ ਦੇਖਣਾ ਹੈ। ਬੁੜਿਆਂ ਨੂੰ ਛੇਤੀ ਪਕੜਦੀ ਹੈ। ਹੁਣ ਅਸੀਂ ਦਵਾਈਆਂ ਦੇ ਪੱਕੇ ਖਾਈਦੇ। ਹੋਰ ਹੁਣ ਅਸੀਂ ਕੀ ਕਰ ਸਕਦੇ ਹਾਂ? ਅੱਜ ਕਿੰਨੇ ਦਿਨ ਤੋਂ ਅਸੀਂ ਬੈਠੇ ਆ, ਸੁਣਾਉਂਦੇ ਆ ਇਹਨਾਂ ਨੂੰ, ਇਹ ਸੁਣਦੇ ਨਹੀਂ, ਉਲਟਾ ਸਾਡੇ ਤੇ ਇਲਜ਼ਾਮ ਲਾਉਂਦੇ। ਤਾਂ ਤੁਸੀਂ ਤਾਂ ਇੱਥੇ ਜਿਹੜੇ ਹੈਗੇ ਆ, ਘਰਾਂ ਦੇ ਵਿੱਚ ਔਰਤਾਂ ਨੂੰ ਬਹੁਤ ਕੰਮ ਕਰਨੇ ਪੈਂਦੇ ਆ। ਦੱਸਿਆ ਕਿ ਪ੍ਰਦੂਸ਼ਣ ਇੰਨਾ ਜ਼ਿਆਦਾ, ਚਿੱਟੇ ਕੱਪੜੇ ਸਾਰੇ ਬਜ਼ੁਰਗਾਂ ਨੇ ਪਾਏ, ਤੁਹਾਨੂੰ ਤਾਂ ਸਮੱਸਿਆ ਬਣ ਜਾਂਦੀ ਹੋਣੀ ਜੀ ਇੱਥੇ। ਸਰ ਬਹੁਤ ਜ਼ਿਆਦਾ, ਅਸੀਂ ਘਰ ਦਾ ਕੰਮ ਵੀ ਕਰਦੇ, ਅਸੀਂ ਆਪਣੀ ਅਟੈਂਡੈਂਸ ਵੀ ਇੱਥੇ ਆ ਕੇ ਲਾਉਂਦੇ ਆਪਣੇ ਧਰਨੇ ਦੇ, ਮਤਲਬ ਕਿ ਸਾਨੂੰ ਕੋਈ ਸੁਣਾਈ ਨਹੀਂ ਹੈ ਸਾਡੀ। ਬਹੁਤ ਜ਼ਿਆਦਾ ਦਿੱਕਤ ਹੈ ਸਾਡੇ ਲਈ। ਹਾਂਜੀ, ਮੂੰਹ ਬੰਨ ਕੇ ਔਰਤਾਂ ਗੁਜ਼ਾਰਾ ਕਰਦੀਆਂ ਘਰਾਂ ਦੇ ਵਿੱਚ। ਆ ਹੁਣ ਤੁਹਾਨੂੰ ਪੱਕਾ ਹੀ ਬੰਨਣਾ ਪੈ ਗਿਆ ਜੀ। ਪੱਕਾ ਹੀ ਬੰਨਣਾ ਪੈ ਗਿਆ। ਸਾਨੂੰ ਬਹੁਤ ਤਕਲੀਫ ਹੈ, ਬਹੁਤ ਤੰਗੀ ਹੈ ਸਾਨੂੰ। ਇਹ ਕਾਲੇ ਧੂਏ ਤੇ ਪ੍ਰਦੂਸ਼ਣ ਤੇ ਸਾਨੂੰ ਬਹੁਤ ਤਕਲੀਫ ਹੈ। ਸਾਡੇ ਬੱਚੇ ਬਿਮਾਰ, ਅਸੀਂ ਤਾਂ ਬਿਮਾਰ ਆ। ਦੇ ਲੋ ਮੂੰਹ ਤੁਹਾਡੇ ਸਾਹਮਣੇ ਹੁੱਟਿਆ ਵਾਗਾ, ਤੇ ਇਹ ਇਹਨਾਂ ਨੇ ਸਾਨੂੰ ਬਹੁਤ ਤੰਗ ਕਰਕੇ ਰੱਖਿਆ ਵਾਗਾ। ਤੇ ਰੋਜ਼ ਪੁਲਿਸ ਲੈ ਕੇ ਆਉਂਦੇ, ਸਰਕਾਰਾਂ ਨੇ ਪੈਸੇ ਲੈ ਲਏ, ਸਰਕਾਰਾਂ ਵਿਕ ਗਈਆਂ ਵਾ। ਤੁਹਾਡੇ ਤੇ ਪੁਲਿਸ ਕਾਹਤੋਂ ਲੈ ਕੇ ਆਉਂਦੇ? ਤੁਸੀਂ ਤਾਂ ਆਪਣਾ ਸ਼ਾਂਤਮਈ ਧਰਨਾ ਦੇ ਰਹੇ ਹੋ। ਕਿਉਂ ਲੈ ਕੇ? ਅਸੀਂ ਆਪਣੀ ਜ਼ਮੀਨ ਵਿੱਚ ਬੈਠੇ ਹਾਂ, ਕਿਸੇ ਦੀ ਜ਼ਮੀਨ 'ਚ ਨਹੀਂ ਅਸੀਂ ਬੈਠੇ, ਅਸੀਂ ਆਪਣੀ ਜਗ੍ਹਾ 'ਚ ਬੈਠੇ, ਕਿਸੇ ਨਾਲ ਤੰਗੀ ਨਹੀਂ, ਕੋਈ ਤਕਲੀਫ ਨਹੀਂ। ਫੇਰ ਕਿਉਂ ਇਹ ਰੋਜ਼ ਪੁਲਿਸ ਭੇਜਦੇ ਹੈਗੇ? ਤੇ ਸਾਨੂੰ ਬਹੁਤ ਤਕਲੀਫ ਹੈ, ਬਹੁਤ ਤੰਗੀ ਹੈ ਸਾਨੂੰ ਪੁੱਤ ਇਹਨਾਂ ਦੀ। ਕੀ ਮੰਗ ਕਰਦੇ ਹੋ? ਤੁਹਾਨੂੰ ਲੱਗਦਾ ਵੀ ਸਰਕਾਰ ਤੱਕ ਤੁਹਾਡੀ ਆਵਾਜ਼ ਨਹੀਂ ਗਈ? ਕਿ ਜੇ ਜਾਂਦੀ ਹੋਊਗੀ ਤਾਂ ਮੈਂ ਮੂੰਹ ਬੰਨਿਆ ਮੰਗਾ। ਅਸੀਂ ਇਹੀ ਮੰਗ ਕਰਦੇ ਹਾਂ, ਅੱਬਲ ਤਾਂ ਇਹ ਫੈਕਟਰੀ ਬੰਦ ਹੋਣੀ ਚਾਹੀਦੀ ਹੈ, ਤੇ ਨਹੀਂ ਆਪਣੀ ਇੰਤਜ਼ਾਮ ਕਰ ਲਵੇ, ਆਪਣੀ ਚਿਰਮੀ ਉੱਚੀ ਕਰ ਲਵੇ, ਤੇ ਧੂਆਂ ਬੰਦ ਕਰ ਲਵੇ। ਸਮੈਲ ਕਿੰਨੀ ਆਉਂਦੀ ਉੱਥੇ ਜਾ ਕੇ ਦੇਖੋ ਪੁੱਤ, ਤੁਸੀਂ ਉੱਥੇ ਜਰੀ ਕਿ ਥੋੜੀ ਜਿਹੀ ਇੱਥੇ ਕਿਨੂੰ ਜਾ ਕੇ ਦੇਖੋ। ਅਸੀਂ ਆ ਹੁਣ ਸਤਸੰਗ ਤੇ ਆਏ, ਅਸੀਂ ਬੜੀ ਮੁਸ਼ਕਿਲ ਨਾਲ ਉੱਥੇ ਦੇ ਲੈ ਕੇ ਆਏ, ਤੇ ਸਾਨੂੰ ਇੰਨੀ ਸਮੱਸਿਆ ਹੈ, ਤੇ ਪੁੱਛੋ ਨਾ ਤੁਸੀਂ ਸਾਨੂੰ। ਸਾਡੇ ਤਾਂ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਹੈ, ਸਾਡੇ ਕਿਸੇ ਨੇ ਰਿਸ਼ਤੇ ਨਹੀਂ ਕਰਨੇ, ਇੰਨੀ ਸਾਨੂੰ ਸਮੱਸਿਆ ਹੋ ਗਈ ਵੀ ਹੈ। ਸਾਨੂੰ ਚਾਹ ਥੋੜਾ ਪੁੱਛੜਿਆ ਵਾ ਇੱਥੇ। ਅਸੀਂ ਸਾਨੂੰ 1 ਮਹੀਨਾ ਹੋ ਗਿਆ ਬੈਠਿਆਂ ਨੂੰ ਸੜਕਾਂ ਵਿੱਚ। ਲੋਕ ਆਰਾਮ ਕਰਦੇ, ਅਸੀਂ ਇੱਥੇ ਦੁਪਹਿਰ ਨੂੰ ਵੀ, ਅਸੀਂ ਰਾਤ ਨੂੰ ਵੀ, ਅਸੀਂ ਇੱਥੇ ਬੈਠਦੇ ਹੈਗੇ। ਵਿਧਾਇਕ ਸਾਹਿਬ ਜਦੋਂ ਹੁਣ ਆਏ ਸੀ, ਤੁਸੀਂ ਉਹਨਾਂ ਨੂੰ ਲੈ ਕੇ ਨਹੀਂ ਗਏ ਉੱਧਰ? ਫਿਰ ਉੱਥੇ ਜਿੱਥੇ ਤੁਸੀਂ ਕਹਿੰਦੇ ਮੁਸ਼ਕ ਆਉਂਦੀ, ਸਮੈਲ ਆਉਂਦੀ ਹੈ। ਕਿਹਨਾਂ ਨੂੰ? ਵਿਧਾਇਕ ਸਾਹਿਬ ਜਦੋਂ ਆਏ ਸੀ ਤੁਹਾਡੇ ਜਿਹੜੇ। ਇਹ ਜਾਂਦੇ ਹੀ ਆ, ਦੇਖਦੇ ਹੀ ਆ, ਇਹ ਨਹੀਂ ਸੁਣਦੇ ਸਾਡੀ। ਇਹ ਨਹੀਂ ਪੁਲਿਸ ਵਾਲੇ ਸੁਣਦੇ ਹੈਗੇ, ਪੁਲਿਸ ਵਾਲੇ ਵਿਕ ਗਏ ਵੀ ਹੈ, ਸਰਕਾਰਾਂ ਵਿਕ ਗਈਆਂ ਵਾ, ਸਰਕਾਰਾਂ ਨੇ ਪੈਸੇ ਖਾ ਲਏ। ਇਹ ਪਰਸੋਂ ਚੌਥ ਫੈਕਟਰੀ ਵਾਲਾ ਉੱਥੇ ਹੁਸ਼ਿਆਰਪੁਰ ਗਿਆ, ਪਰਸੋਂ ਚੌਥ ਤੇ ਜ਼ਿਆਦਾ ਲੱਗੇ ਆ ਕਰਨ। ਅੱਗੇ ਅਸੀਂ ਇੱਥੇ ਆਰਾਮ ਨਾਲ ਬੈਠੇ ਤੇ ਸਾਡਾ ਚਿੱਤ ਕਰਦਾ, ਸਾਡੇ ਬੱਚੇ ਤਾਂ ਘਰੀਂ ਬੈਠੇ ਇਕੱਲੇ, ਅਸੀਂ ਇੱਥੇ ਬੈਠਦੀਆਂ ਦਿਨ ਰਾਤ। ਨਹੀਂ, ਉਹ ਤਾਂ ਸਰਕਾਰ ਨੇ ਤਾਂ ਇਹ ਵੀ ਕਿਹਾ ਸੀ ਵੀ ਔਰਤਾਂ ਜਿਹੜੀ ਘਰ 'ਚ ਕੰਮ ਕਰਦੀਆਂ ਸੀ, ਮਿਹਨਤ ਨਾ ਦੇਣਾ, ਅਸੀਂ 1000 ਰੁਪਏ ਦੇਣਾ ਪਰ ਮੰਥ ਇਹਨਾਂ ਨੂੰ, ਔਰਤਾਂ ਨੂੰ। ਨਹੀਂ ਦਿੰਦੇ ਹੈ, ਕੁਛ ਨਹੀਂ ਕਰਦੇ ਹੈ। 1000 ਰੁਪਏ ਕੀ ਮਿਲਣਾ ਸੀ ਤੁਹਾਨੂੰ? ਤਾਂ ਹੋਰ ਸਮੱਸਿਆ ਦੀ ਜੜ ਪੈ ਗਈ। ਹੋਰ ਵੀ ਸਮੱਸਿਆ ਪੈ ਗਈ ਵੀ ਸਾਨੂੰ। ਅਸੀਂ ਤਾਂ ਪੁੱਤ ਇੱਥੇ ਰਹਿ ਨਹੀਂ ਸਕਦੇ, ਕੱਪੜੇ ਅਸੀਂ ਨਹੀਂ ਧੋ ਸਕਦੇ, ਬਾਹਰ ਨਹੀਂ ਸੁੱਕਣੇ ਪਾ ਸਕਦੇ। ਅੰਦਰ ਦੱਸੋ ਕਿੰਨੇ ਕੁ ਅਸੀਂ ਸੁਕਾਈਏ? ਅੰਦਰ ਸਾਡਾ ਸਾਹ ਘੁੱਟ ਹੁੰਦਾ, ਅਸੀਂ ਅੰਦਰ ਸੌਂਦੇ ਹਾਂ, ਇੰਨੀ ਗਰਮੀ ਹੈ। ਅਸੀਂ ਅੰਦਰ ਸੌਂਦੇ, ਅਸੀਂ ਬਾਹਰ ਨਹੀਂ ਸੌ ਸਕਦੇ, ਅਸੀਂ ਬੈਠ ਨਹੀਂ ਸਕਦੇ ਹੈ, ਇੰਨੀ ਸਾਨੂੰ ਸਮੱਸਿਆ ਹੈ। ਅਸੀਂ ਤਾਂ ਕਹਿੰਦੇ ਫੈਕਟਰੀ ਬੰਦ ਹੋਣੀ ਚਾਹੀਦੀ ਹੈ। ਸੋ ਬਿਲਕੁਲ, ਜਿੱਥੇ ਮਰਦ ਇਸ ਧਰਨੇ 'ਚ ਸ਼ਮੂਲੀਅਤ ਕਰ ਰਹੇ ਆ, ਤਾਂ ਉਸ ਦੇ ਨਾਲ ਔਰਤਾਂ ਵੀ ਇਸ ਧਰਨੇ 'ਚ ਬੈਠੀਆਂ। ਸੋ ਪਰੇਸ਼ਾਨੀ ਜਿਹੜੀ ਦਿਖ ਰਹੀ ਹੈ ਕਿ ਪਿੰਡ ਵਿੱਚ ਖਾਸੀ ਪਰੇਸ਼ਾਨੀ ਹੈ, ਪਿੰਡ ਦੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੈ। ਸੋ ਜ਼ਰੂਰ ਇਹਨਾਂ ਦਾ ਹੱਲ ਹੋਣਾ ਚਾਹੀਦਾ। ਕਿਹੜੀਆਂ ਸਮੱਸਿਆਵਾਂ ਆ ਰਹੀਆਂ ਤੁਹਾਨੂੰ ਪਿੰਡ 'ਚ? ਤੁਹਾਨੂੰ ਪਤਾ ਹੈ, ਦੱਸੇ ਦਿੱਤੀ ਹੋਣੀ ਸਾਰਿਆਂ ਨੂੰ ਸਮੱਸਿਆ। ਅਗਰ ਲੱਗਦਾ ਹੈ ਨਾ ਵੀ ਸਾਨੂੰ ਕੋਈ ਸਮੱਸਿਆ ਨਹੀਂ ਹੈ, 1 ਮਹੀਨਾ ਆ ਕੇ ਸਾਡੇ ਪਿੰਡ 'ਚ ਰਹਿਣ, ਉਹਨਾਂ ਨੂੰ ਅਸੀਂ ਰੋਟੀ ਵੀ ਪਕਾ ਕੇ ਦੇਵਾਂਗੇ, ਔਰ ਰਹਿ ਕੇ ਦੇਖਣ, ਆਪਣੇ ਬੱਚੇ ਵੀ ਇੱਥੇ ਰੱਖਣ, ਉਹਨਾਂ ਨੂੰ ਫਿਰ ਪਤਾ ਚੱਲਿਆ ਕਿ ਇਹ ਪਰੇਸ਼ਾਨੀ ਕੀ ਹੈ। ਸਾਡੀ ਪਰੇਸ਼ਾਨੀ ਨਾ ਉਹਨਾਂ ਨੂੰ ਆਪ ਮਹਿਸੂਸ ਹੋਊਗੀ ਨਾ, ਤਾਂ ਸਾਡੇ ਦੱਸੇ ਤੋਂ ਉਹਨਾਂ ਨੂੰ ਪਤਾ ਚੱਲਦੀ। ਅਸੀਂ 1.5 ਮਹੀਨਾ ਪਹਿਲਾਂ ਉਹਨਾਂ ਡੀਸੀ ਕੋਲ ਜਾ ਕੇ ਆਏ, ਉਹਨਾਂ ਨੇ ਕਹਿ ਦਿੱਤਾ ਕਿ ਇਹ ਮਸਲਾ ਪੰਜਾਬ ਦਾ ਹੈ, ਲੇਕਿਨ ਸਾਡੇ ਡੀਸੀ ਸਾਹਿਬ ਕਹਿੰਦੇ ਆ ਨਾ ਉਹਨਾਂ ਨੂੰ, ਫੈਕਟਰੀ ਵਾਲੇ ਨੂੰ, ਵੀ ਇਹ ਮਸਲਾ ਉਹਨਾਂ ਦਾ ਹੈ, ਵੀ ਅਸੀਂ ਗਲਤ ਬੈਠੇ ਹੋਏ ਆ। ਉਹਨਾਂ ਨੂੰ ਪਤਾ ਨਹੀਂ ਚੱਲਦਾ ਇਸ ਚੀਜ਼ ਦਾ। 1 ਮਹੀਨਾ ਇੱਥੇ ਰਹਿਣ, ਉਹਨਾਂ ਨੂੰ ਪਤਾ ਲੱਗਿਆ ਵੀ ਕੀ ਸਮੱਸਿਆ ਹੈ, ਵੀ ਕਿੱਦਾਂ ਸਾਹ ਆਉਂਦਾ, ਕਿੱਦਾਂ ਬੱਚਿਆਂ ਨੂੰ ਪ੍ਰੋਬਲਮਾਂ ਹੁੰਦੀਆਂ। ਅਗਰ ਉਹਨਾਂ ਦੇ ਬੱਚਿਆਂ ਨੂੰ ਹੋਊਗੀ ਨਾ,
ਤਾਂ ਉਹਨਾਂ ਨੂੰ ਇਸ ਚੀਜ਼ ਦਾ ਦਰਦ ਪਤਾ ਚੱਲਣਾ ਹੈ, ਕਿਉਂਕਿ ਸਾਡੇ ਬੱਚਿਆਂ ਦਾ ਉਹਨਾਂ ਨੂੰ ਕੋਈ ਦਰਦ ਨਹੀਂ ਹੈ। ਫੈਕਟਰੀ ਲੱਗੀ ਨੂੰ 12 ਸਾਲ ਹੋ ਗਏ, ਸਮੱਸਿਆ ਤੁਹਾਨੂੰ ਪਹਿਲਾਂ ਵੀ ਸੀ, 4-5 ਮਹੀਨੇ ਪਹਿਲਾਂ ਚੋਣਾਂ ਹੋ ਗਈਆਂ, ਤੁਸੀਂ ਬਾਈਕਾਟ ਕੀਤਾ ਸੀ ਚੋਣਾਂ ਦਾ, ਫਿਰ ਜੇ ਤੁਹਾਡੇ ਸਮੱਸਿਆਵਾਂ ਦੀ ਹੱਲ ਨਹੀਂ ਹੁੰਦਾ? ਪਹਿਲਾਂ ਪਤਾ ਕੀ ਸੀ, ਪਹਿਲਾਂ ਫੈਕਟਰੀ ਸੀਗੀ, ਸਾਨੂੰ ਲੱਗਦਾ ਸੀ ਕਿ ਸਾਬਣ ਦੀ ਸਮੈਲ ਆਉਂਦੀ ਹੈ। ਜਦੋਂ ਇਹਨਾਂ ਨੇ ਰਿਫਾਈਨਰੀ ਲਾਈ ਨਾ, ਤਾਂ ਅਸੀਂ ਕਦੇ ਤੋਂ ਪਹਿਲਾਂ ਸਾਨੂੰ ਸਮਝ ਹੀ ਨਹੀਂ ਆਣੀ ਪਈ ਸਮੈਲ ਆਉਂਦੀ ਕਿੱਥੋਂ ਹੈ। ਜਦ ਸਾਨੂੰ ਸਮਝ ਹੀ ਨਹੀਂ ਆਈ, ਫਿਰ ਅਸੀਂ ਹੌਲੀ ਹੌਲੀ ਇੱਕ ਦੂਜੇ ਨੂੰ ਕਹਿਣਾ, ਫਿਰ ਸਾਨੂੰ ਹੌਲੀ ਹੌਲੀ ਪਤਾ ਚੱਲਿਆ ਕਿ ਇਹ ਤਾਂ ਫੈਕਟਰੀ ਦੀ ਸਮੈਲ ਹੈ। ਫਿਰ ਜਿੱਦਾਂ ਲੋਕਾਂ ਨੂੰ ਇਕੱਠੇ ਕਰਨਾ, ਕਦੇ ਕਿਤੇ ਮੰਗ ਪੱਤਰ ਦੇ ਕਿਸੇ ਅਧਿਕਾਰੀ ਕੋਲ ਪੁੱਜ, ਕਦੇ ਕਿਸੇ ਕੋਲ। ਅਸੀਂ ਹਿਮਾਚਲ ਦਾ ਕੋਈ ਪ੍ਰਸ਼ਾਸਨ ਨਹੀਂ ਛੱਡਿਆ, ਪੰਜਾਬ ਦਾ ਕੋਈ ਪ੍ਰਸ਼ਾਸਨ ਨਹੀਂ ਛੱਡਿਆ, ਲੇਡੀਜ਼ ਵੀ ਨਾਲ ਗਈਆਂ, ਜੈਂਟਸ ਵੀ ਗਏ ਆ, ਅਸੀਂ ਹਰ ਜਗ੍ਹਾ ਕਾਨੂੰਨੀ ਤੌਰ ਤੇ ਪਹੁੰਚ ਕਰ ਲਈ। ਜਦੋਂ ਉਹਨਾਂ ਨੇ ਸਾਡਾ ਕੋਈ ਵੀ ਸੁਣਵਾਈ ਨਹੀਂ ਨਾ ਕੀਤੀ, ਤਾਂ ਆਖਿਰ ਵਿੱਚ ਅਸੀਂ ਧਰਨੇ ਦਾ ਹੱਥਕੰਡਾ ਅਪਣਾਇਆ। ਤਾਂ ਅਸੀਂ ਆਪਣੇ ਪਿੰਡ 'ਚ ਹੀ ਬੈਠੇ, ਅਸੀਂ ਫੈਕਟਰੀ ਮੋਰੇ ਵੀ ਨਾ ਗਏ ਆ, ਫਿਰ ਵੀ ਸ਼ਾਂਤਮਈ ਧਰਨੇ 'ਚ ਵੀ ਉਹਨਾਂ ਨੂੰ ਤਕਲੀਫ ਕਿਆ ਹੋ ਰਹੀ ਹੈ। ਕਦੇ ਜੇ ਹੁਣ ਇਹ ਹੱਲ ਨਹੀਂ ਹੁੰਦਾ ਜੀ, ਫਿਰ ਕੀ ਕਰੋ? ਫਿਰ ਕੀ ਕਰਨਾ, ਹੁਣ ਤੁਸੀਂ ਦੱਸ ਦਿਓ ਕੀ ਕਰਨਾ। ਸਾਡੇ ਤਾਂ ਹੁਣ ਸਾਡੇ ਪਰ ਵੀ ਪਰਚੇ ਹੋ ਜਾਣੇ, ਉਹਨੂੰ ਹੁਣ ਸਾਡੀਆਂ ਸ਼ਕਲਾਂ ਵੀ ਨਜ਼ਰ ਆ ਜਾਣੀਆਂ, ਉਹਨੇ ਸਾਡਿਆਂ ਪਰ ਪਰਚੇ ਕਰ, ਸਾਡੇ 29 ਬੰਦਿਆਂ ਪਰ ਪਰਚੇ ਕਰ ਚੁੱਕਿਆ ਵਾ ਉਹ। ਉਸ ਕੰਪਨੀ 'ਚ ਮੈਂ ਵੀ ਕੰਮ ਕਰ ਚੁੱਕੀ ਵੀ, 3 ਸਾਲ ਮੈਂ ਕੰਮ ਕੀਤਾ ਉਸ ਕੰਪਨੀ ਦੇ ਵਿੱਚ। ਸਮੈਲ ਉੱਥੇ ਅੰਦਰ ਵੀ ਆਉਂਦੀ ਸੀ, ਪਹਿਲਾਂ ਤੋਂ ਹੀ ਆਉਂਦੀ ਹੈ, ਹੁਣ ਮੈਂ ਨਹੀਂ ਕਰਦੀ, ਹੁਣ ਮੇਰੀ ਆਪਣੀ ਸ਼ੌਪ ਹੈ ਇਹ। ਰੋਜ਼ਗਾਰ ਮਿਲਿਆ ਪਿੰਡ ਵਾਲਿਆਂ ਨੂੰ? ਰੋਜ਼ਗਾਰ ਨੂੰ ਕੀ ਕਰਨਾ, ਉਹ ਤਾਂ ਬਿਮਾਰੀ ਮਿਲੀ, ਮੌਤ ਮਿਲੀ, ਇੱਕ ਤਰ੍ਹਾਂ ਦੀ ਮੌਤ ਹੈ ਇਹ ਸਾਨੂੰ। ਅਸੀਂ ਹੱਦੋਂ ਵੱਧ ਪਰੇਸ਼ਾਨ ਹੋ ਚੁੱਕੇ, ਮੈਨੂੰ ਖੁਦ ਨੂੰ ਸਾਹ ਦੀ ਪ੍ਰੋਬਲਮ ਹੋ ਗਈ ਇਸ ਤੋਂ। ਡੇਲੀ ਇੰਨੀ ਜ਼ਿਆਦਾ ਸਮੈਲ ਆਉਂਦੀ, ਬਾਹਰ ਅਸੀਂ ਸੌ ਨਹੀਂ ਸਕਦੇ, ਕਮਰੇ ਸਾਡੇ ਛੋਟੇ ਹੈ, ਖਿੜਕੀਆਂ ਦਰਵਾਜ਼ੇ ਹੈ ਨਹੀਂ, ਅਸੀਂ ਬਾਹਰ ਸੌਂਦੇ, ਠੀਕ ਹੈ। ਸਾਨੂੰ ਬਾਹਰ ਸੌਣੇ ਵਿੱਚ ਵੀ ਦਿੱਕਤ ਹੋਇਆ ਕਰਦੀ, ਰਾਤ ਨੂੰ ਇੱਦਾਂ ਧੂੰਆਂ ਜਾਂਦਾ। ਔਰ ਤੁਸੀਂ ਕਹਿੰਦੇ ਨਾ ਕਿ ਪ੍ਰਸ਼ਾਸਨ ਉੱਥੇ ਲੈ ਕੇ ਨਹੀਂ ਜਾਂਦੇ ਲੈ ਕੇ ਪ੍ਰਸ਼ਾਸਨ ਨੂੰ, ਲੇਕਿਨ ਜਦ ਪ੍ਰਸ਼ਾਸਨ ਉੱਥੇ ਜਾਂਦਾ ਉਸ ਟਾਈਮ ਤੱਕ ਸਫਾਈ ਹੋਈ ਹੁੰਦੀ, ਉਹਨੂੰ ਪਹਿਲੇ ਅਲਰਟ ਕਰ ਦਿੱਤਾ ਵਾ ਹੁੰਦਾ ਕਿ ਪ੍ਰਸ਼ਾਸਨ ਆ ਰਿਹਾ, ਉਹਨੂੰ ਪਹਿਲੀ ਫੋਨ ਇਨਫੋਰਮ ਕਰ ਦਿੱਤੇ ਵੇ ਹੁੰਦੇ। ਉਸ ਤੋਂ ਪਹਿਲੇ ਹੀ ਕੰਪਨੀ ਦੇ ਵਿੱਚ ਸਫਾਈਆਂ ਹੋ ਚੁੱਕੀਆਂ ਹੁੰਦੀਆਂ, ਉਹਨਾਂ ਨੂੰ ਦੇਖਣ ਨੂੰ ਕੁਝ ਨਹੀਂ ਮਿਲਦਾ, ਉਹ ਪਹਿਲੀ ਫਿਰ ਹੋ ਜਾਂਦੇ, ਸੈੱਟ ਹੋ ਜਾਂਦੇ, ਬਸ ਹੋਰ ਕੀ ਹੈ। ਆਜ਼ਾਦੀ ਦਿਵਸ ਮਨਾ ਕੇ ਹਟੇ ਹੋ ਹੁਣੇ ਹੀ, ਆਜ਼ਾਦੀ ਲੱਗਦੀ ਤੁਹਾਨੂੰ? ਆਜ਼ਾਦੀ ਮਿਲੀ ਹੋਈ? ਕੋਈ ਆਜ਼ਾਦੀ ਨਹੀਂ, ਸਾਨੂੰ ਕੋਈ ਆਜ਼ਾਦੀ ਨਹੀਂ ਹੈ, ਸਾਡੇ ਕੋਈ ਆਜ਼ਾਦੀ ਨਹੀਂ ਸਾਡੇ ਇਲਾਕੇ 'ਚ ਤਾਂ। ਨਾ ਸਾਡੀ ਕੋਈ ਸੁਣਦਾ ਹੈ, ਪ੍ਰਸ਼ਾਸਨ ਵੀ ਰਾਤ ਨੂੰ ਛੱਡ ਦੇਣੀ ਹੈਗੀ ਆ, ਤੁਸੀਂ ਚੱਲ ਜਾਣਾ ਰਾਤ ਨੂੰ ਗੰਦਗੀ ਛੱਡ ਦੇਣੀ, ਬਸ ਇਦਾਂ ਮੌਕਾ ਦੇਖ ਕੇ ਛੱਡ ਦੇ। ਕੋਈ ਵੀ ਇੱਥੇ ਆ ਕੇ ਚੈੱਕ ਕਰੇ ਸਾਡੇ, ਜਾਂ ਇੱਕ ਮਹੀਨਾ ਤਾਂ ਦੂਰ ਦੀ ਗੱਲ ਹੈ। ਅਸੀਂ ਇਹ ਚਾਹੁੰਦੇ ਕਿ ਸਾਡੇ ਪਿੰਡ ਵਿੱਚ ਉਹ 10 ਦਿਨ ਰਹਿ ਕੇ ਦਿਖਾ ਦੇਵੇ ਸਾਨੂੰ। ਅਸੀਂ ਰੋਟੀ ਵੀ ਦੇਵਾਂਗੇ, ਸਭ ਕੁਝ ਦੇਵਾਂਗੇ, ਕੱਪੜੇ ਟੱਲੇ ਸਾਰੇ ਉਹਨਾਂ ਦੇ ਧੋ ਕੇ ਦੇਵਾਂਗੇ, ਸਭ ਕੁਝ ਕਰੋਗੇ, 10 ਦਿਨ ਉਹ ਸਾਡੇ ਪਿੰਡ 'ਚ ਰਹਿ ਕੇ ਦਿਖਾਵੇ। ਕਿਵੇਂ ਦੇਖਦੇ ਹੋ ਜਿਹੜਾ ਤੁਹਾਨੂੰ ਇੱਥੇ ਅੱਜ ਧਰਨਾ ਲਾਣਾ ਪੈ ਗਿਆ ਤੇ ਤੁਸੀਂ ਵੀ ਸ਼ਮੂਲੀਅਤ ਕਰ ਰਹੇ ਹੋ ਮਰਦਾਂ ਦੇ ਨਾਲ ਪਿੰਡ ਦੇ ਅੰਦਰ? ਸਰ ਜੀ ਅਸੀਂ ਇੰਨੇ ਜ਼ਿਆਦਾ ਦੁਖੀ ਆ ਨਾ, ਇੰਨਾ ਪੇ ਅਸੀਂ ਤੁਹਾਨੂੰ ਆਪਣਾ ਦਿਲ ਖੋਲ ਕੇ ਨਹੀਂ ਦੱਸ ਸਕਦੇ। ਇਸ ਬੰਦੇ ਨੇ ਸਾਡੀਆਂ ਨਾਸਾਂ 'ਚ ਦਮ ਕਰਕੇ ਰੱਖਿਆ ਹੋਇਆ। ਬਾਹਰ ਦਾ ਬੰਦਾ ਹੋਵੇ, ਸਾਡਾ ਹੀ ਪਿੰਡ ਹੋਵੇ, ਸਾਡੇ ਪਿੰਡ ਦੇ ਬੰਦੇ ਹੁਣ ਉਹਨਾਂ ਨੇ ਖਲ ਕੇ ਸਾਡੇ ਨਾਲ ਲੜਾਣ ਭੇਜਦਾ, ਉਹ ਵੀ ਸਾਡੇ ਭੈਣ ਭਰਾ ਏ। ਕੋਈ ਗੱਲ ਨਹੀਂ, ਜੇ ਉਹਨਾਂ ਨੂੰ ਹਲੇ ਇੰਨੀ ਸਮਝ ਨਹੀਂ ਆ, ਉਹਨਾਂ ਨੂੰ ਸਮਝ ਆਊਗੀ, ਕਿਉਂਕਿ ਉਹ ਸਾਡੇ ਹੀ ਭੈਣ ਭਰਾ ਏ। ਅਕਸਰ ਇੱਕ ਦਿਨ ਉਹਨਾਂ ਨੂੰ ਪਤਾ ਲੱਗਣਾ ਜਿਸ ਵੇਲੇ ਉਹਨਾਂ ਨੂੰ ਉੱਥੇ ਦਮੇ ਹੋਣੇ। ਪਿੰਡ ਦੇ ਵਿੱਚ ਸਰ ਜੀ ਸਭ ਨੂੰ ਦਮਾ, ਪਿੰਡ ਦੇ ਵਿੱਚ ਟੀਵੀ, ਨਵੀਆਂ ਵਿਆਹੀਆਂ ਜਨਾਨੀਆਂ, ਉਹਨਾਂ ਨੂੰ ਟੀਵੀ, ਆਹ ਦੇਖੋ ਅਲਰਜੀਆਂ ਇਹਨਾਂ ਦੀ, ਔਰ ਇੰਨਾ ਜ਼ਿਆਦਾ ਪ੍ਰਦੂਸ਼ਣ, ਰਾਤ ਨੂੰ ਕੂਲਰ ਚੱਲਦੇ, ਪੱਖੇ ਚੱਲਦੇ, ਫੇਰ ਵੀ ਜਿਹੜਾ ਇਹਨਾਂ ਦਾ ਗੰਦਗੀ ਹੈ ਨਾ ਉਹ ਸਾਡੇ ਨੱਕਾਂ 'ਚ ਵੜਦੀ ਆ ਕੇ, ਇੰਨੀ ਗੰਦੀ ਬਦਬੂ ਆਉਂਦੀ। ਇਹ 4 ਦਿਨ ਆਪ ਕਿਉਂ ਨਹੀਂ ਰਹਿੰਦਾ ਇੱਥੇ? ਇਹ ਕਿਉਂ ਬਾਕੀ ਲੋਕਾਂ ਨੂੰ ਮਰਵਾਣ ਪਰ ਹੋਇਆ ਵਾ? ਸਾਡੇ ਭੈਣ ਭਰਾ ਜਿਨ੍ਹਾਂ ਨੇ ਮਰਵਾਣ ਪਰ ਹੋਇਆ ਵਾ, ਇਹ ਕਿਉਂ ਨਹੀਂ ਕਰਦਾ? ਇਹ ਕਿਉਂ ਨਹੀਂ ਆਪਣੇ ਸੁਧਾਰ ਕਿਉਂ ਨਹੀਂ ਕਰਦਾ? ਤਾਂ ਜੀ ਫੈਕਟਰੀ ਉਹ ਕਹਿੰਦੇ ਹਿਮਾਚਲ 'ਚ ਲੱਗੀ ਹੋਈ, ਹੋਰ ਤਾਂ ਜਗ੍ਹਾ ਹੀ ਪੰਜਾਬ ਦੀ ਹੈ ਨਹੀਂ। ਹਾਂ, ਤਾਂ ਸਾਡੇ ਨਾਲ ਲੱਗੀ, ਸਾਰਾ ਪਾਣੀ ਇਹ ਸਾਤੋਂ ਲੈ ਰਿਹਾ, ਇਹ ਗੰਦਾ ਪਾਣੀ ਸਾਡੀਆਂ ਜ਼ਮੀਨਾਂ 'ਚ ਪਾ ਰਿਹਾ ਹੈ, ਬੰਦੇ ਸਾਡੇ ਵਰਤ ਰਿਹਾ। ਫਿਰ ਹਿਮਾਚਲ ਦੇ ਬੰਦੇ ਰੱਖੇ ਨੇ, ਇਹੀ ਤਾਂ ਇਮਰਾਂ ਦੇ ਜਾ ਕੇ ਕਿਉਂ ਰੱਖਦਾ ਇਹਨਾਂ ਨੂੰ? ਹਿਮਾਚਲ ਦੇ ਬੰਦੇ ਰੱਖ ਕੇ ਵੀ ਪ੍ਰਦੂਸ਼ਣ ਦਾ ਤੁਹਾਡੇ ਪਿੰਡ ਨੂੰ ਆਣਾ ਜੀ? ਹਾਂ, ਤਾਂ ਰੱਖੇ ਤਾਂ ਉਹਦਾ ਕਰਾਂਗੇ ਸਾਹਮਣਾ, ਅਸੀਂ ਮਰਨਾ ਨਹੀਂ ਹੈ। ਤੁਸੀਂ ਸਾਰੇ ਦੇਖੋ ਭਈ 1-2 ਰਾਤਾਂ ਤੁਸੀਂ ਇੱਥੇ ਰਹਿ ਕੇ ਦੇਖੋ, ਮੈਂ ਕਹਿੰਦੀ ਤੁਹਾਨੂੰ ਰੋਟੀ ਪਾਣੀ ਫੈਮਲੀਆਂ ਲਿਆਓ ਆਪਣੀਆਂ, ਅਸੀਂ ਉਹਨਾਂ ਦੀ ਪੂਰੀ ਸੇਵਾ ਕਰਾਂਗੇ। ਲੇਕਿਨ ਤੁਸੀਂ ਕਹੋਗੇ ਵਾਕਈ ਤੁਸੀਂ ਸੱਚੇ ਹੈ। ਸਾਨੂੰ ਬਹੁਤ ਤਕਲੀਫ ਹੈ ਸਰ, ਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਬਹੁਤ ਖਰਾਬ ਹੋ ਰਿਹਾ। ਅੱਬਲ ਕੇ ਤਾਂ ਸਾਡੇ ਬੱਚੇ ਵਿਆਹ ਹੀ ਨਹੀਂ ਹੋਣੇ, ਕਿਉਂ? ਇਹਨਾਂ ਨੂੰ ਬਿਮਾਰੀਆਂ ਲੱਗ ਜਾਣੀਆਂ। ਅਗਰ ਵਿਆਹ ਨਹੀਂ ਹੁਣ, ਜੇ ਵਿਆਹ ਹੋ ਗਏ ਤਾਂ ਇਹਨਾਂ ਦੇ ਬੱਚੇ ਨਹੀਂ ਹੋਣੇ, ਇਹਨਾਂ ਦੇ ਪਰਿਵਾਰ ਨਹੀਂ ਚੱਲਣੇ, ਕਿਉਂ? ਬਿਮਾਰੀਆਂ ਐਸੀਆਂ ਹੋਣੀਆਂ ਵੀ ਬੱਚੇ ਪੈਦਾ ਹੀ ਨਹੀਂ ਹੋ ਸਕਦੇ। ਪ੍ਰਸ਼ਾਸਨ ਕੋਲ ਨਹੀਂ ਗਏ ਫਿਰ ਤੁਸੀਂ? ਪ੍ਰਸ਼ਾਸਨ ਨੇ ਤਾਂ ਤੁਹਾਡੀ ਸੁਣੀ ਹੋਣੀ। ਸਰ ਪ੍ਰਸ਼ਾਸਨ ਕਹਿ ਰਿਹਾ ਸੀ ਤੁਹਾਡੇ ਨਾਲ ਹੈ, ਫਿਰ ਆ ਕੇ ਸਾਨੂੰ ਕਹਿੰਦੇ ਧਰਨੇ ਚੱਕ ਲਓ। ਪ੍ਰਸ਼ਾਸਨ ਬੈਠੇ ਇੱਥੇ ਆ ਕੇ, ਬੈਠੇ 4 ਦਿਨ, ਅਸੀਂ ਉਹਨਾਂ ਨੂੰ ਸ਼ਾਬਾਸ਼ੀ ਦੇਵਾਂਗੇ ਵੀ ਵਾਕਈ ਤੁਸੀਂ ਬੈਠੇ ਐ। ਅਧਿਕਾਰੀ ਪੁਲਿਸ ਜਿਹੜੇ ਮੁਲਾਜ਼ਮ ਹੈਗੇ ਉਹ ਤਾਂ ਬਿਠਾਏ ਹੋਏ ਉਹਨਾਂ ਨੇ ਜੀ। ਹਾਂ, ਤਾਂ ਉਹ ਬਿਠਾਏ ਹੋਏ, ਉਹਨਾਂ ਦੀ ਮਜਬੂਰੀ ਹੈ, ਉਹ ਵਿਚਾਰੇ ਡਿਊਟੀ ਦੇਣ ਬੈਠੇ, ਉਹ ਵੀ ਉਹਨਾਂ ਦੇ ਬੰਨੇ ਹੋਏ ਐ, ਉਹਨਾਂ ਦੀ ਡਿਊਟੀ ਹੈ, ਉਹਨਾਂ ਨੂੰ ਦੇਣੀ ਪੈਣੀ, ਉਹਨਾਂ ਨੂੰ ਆਪਣੇ ਬੱਚੇ ਸੁਝਦੇ, ਉਹਨਾਂ ਨੇ ਕਮਾਣਾ ਨਹੀਂ ਹੈ। ਆਪ ਬੈਠੇ ਨਾ ਆ ਕੇ, ਐਸਡੀਐਮ ਬੈਠੇ ਇੱਥੇ ਆ ਕੇ, ਡੀਸੀ ਸਾਹਿਬ ਬੈਠਣ। ਮੈਂ ਇਹੀ ਪੁੱਛਣਾ ਚਾਹੁੰਦੀ ਵੀ ਡੀਸੀ ਸਾਹਿਬ, ਕਿਆ ਇੱਕ ਬੰਦੇ ਨੂੰ ਆਪਣੀ ਸ਼ੁੱਧ ਹਵਾ ਪਾਣੀ ਲੈਣ ਦਾ ਕੋਈ ਹੱਕ ਨਹੀਂ? ਜੇ ਉਹ ਬਹਿ ਗਏ ਜੀ ਆ ਕੇ, ਜੇ 10 ਦਿਨ ਰਹਿ ਗਏ ਫਿਰ ਉਹ ਰਹਿਣ ਤਾਂ ਸਹੀ, ਉਹਨਾਂ ਨੇ 10 ਘੰਟੇ ਨਹੀਂ ਕੱਟਣੇ ਸਰ। ਰਾਤ ਨੂੰ ਇੰਨੀ ਬਦਬੂ ਆਉਂਦੀ ਨਾ, ਤੁਸੀਂ ਯਕੀਨ ਕਰਿਓ, ਅਸੀਂ ਬਾਹਰ
ਸਾਨੂੰ ਕਿਆ ਪਤਾ ਕਿਆ ਸਾੜਦਾ ਉਹ ਕਿਆ ਸਾੜਦਾ ਉਹ ਇੰਨਾ ਗੱਦਾਰ ਬੰਦਾ ਕਿਉਂ ਇਦਾਂ ਦੇ ਕੰਮ ਅਸੀਂ ਕੁਝ ਨਹੀਂ ਮੰਗਦੇ ਉਹ ਤੋਂ ਕੁਝ ਨਹੀਂ ਸਿਰਫ ਇਹੀ ਕਹਿੰਦੇ ਸਾਡੀ ਹਵਾ ਸਾਫ਼ ਕਰ ਦੇ ਸਾਡਾ ਪਾਣੀ ਸ਼ੁੱਧ ਕਰ ਦੇ ਅਸੀਂ ਸਾਡੀ ਕੋਈ ਡਿਮਾਂਡ ਨਹੀਂ ਅਸੀਂ ਕਹਿੰਦੇ ਉਹਦੀ ਫੈਕਟਰੀ ਦਿਨ ਰਾਤ ਚੱਲੇ ਅਸੀਂ ਨਹੀਂ ਕਹਿੰਦੇ ਉਹਦੀ ਫੈਕਟਰੀ ਬੰਦ ਹੋਏ ਲੇਕਿਨ ਕੰਟਰੋਲ ਤਾਂ ਕਰ ਸਕਦਾ ਨਾ ਉਹ ਕੰਟਰੋਲ ਤਾਂ ਕਰ ਸਕਦਾ ਨਾ ਉਹ ਕਿਉਂ ਇੰਨਾ ਬਾਗੀ ਹੋਇਆ ਕਿਉਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਿਹਾ ਉਹ ਅਸੀਂ ਕਹਿੰਦੇ ਆ ਕਿ ਲੋਕਤੰਤਰ ਆ ਭਾਰਤ ਦੇ ਵਿੱਚ ਹਰ ਇੱਕ ਨੂੰ ਵਧੀਆ ਤਰੀਕੇ ਨਾਲ ਜੀਣ ਦਾ ਅਧਿਕਾਰ ਆ ਸਾਰਿਆਂ ਨੂੰ ਬਰਾਬਰ ਅਧਿਕਾਰ ਇੱਥੇ ਮਿਲਣਾ ਚਾਹੀਦਾ ਫਿਰ ਇੱਕ ਬੰਦਾ ਜਿਹੜਾ ਜਿੱਤੇ ਤੁਸੀਂ ਇਲਜ਼ਾਮ ਲਾ ਰਹੇ ਹੋ ਕਿ ਫੈਕਟਰੀ ਵਾਲਾ ਹੈ ਤੇ ਉਸਦੇ ਨਾਲ ਜਿਹੜਾ ਪਿੰਡ ਹੈਗਾ ਤੁਸੀਂ ਇੰਨੇ ਖੱਜਲ ਖੁਆਰ ਹੋਏ ਅਧਿਕਾਰ ਬਰਾਬਰ ਕਿਉਂ ਨਹੀਂ ਹੈਗਾ ਕਿਉਂ ਅਧਿਕਾਰ ਉਹਨੂੰ ਇਹ ਅਧਿਕਾਰ ਹੈ ਵੀ ਉਹ ਸਮੈਲ ਛੱਡ ਕੇ ਸਾਡੀਆਂ ਜ਼ਿੰਦਗੀਆਂ ਖਰਾਬ ਕਰੇ ਸਾਡੀਆਂ ਨਵੀਆਂ ਬਹੂਆਂ ਨੂੰ ਟੀਵੀ ਹੋ ਗਈ ਦੱਸੋ ਉਹਨਾਂ ਦੇ ਕਦ ਬੱਚੇ ਹੋਣਗੇ ਕਦੋਂ ਅੱਗਾ ਉਹਨਾਂ ਦਾ ਵੰਸ਼ ਵਧੂਗਾ ਕਦੋਂ ਹੋਊਗਾ ਇਹ ਇਸ ਦੀ ਵਜ੍ਹਾ ਨਾਲ ਇਹ ਸਿਰਫ ਇਹਦੀ ਜਿੱਦ ਹੈ ਹੋਰ ਕੁਝ ਨਹੀਂ ਹੈ ਇਹ ਪੈਸੇ ਦਾ ਜ਼ੋਰ ਦੱਸਦਾ ਇਹਨੂੰ ਇਹ ਨਹੀਂ ਪਤਾ ਵੀ ਰੱਬ ਦੀ ਲਾਠੀ 'ਚ ਆਵਾਜ਼ ਨਹੀਂ ਹੈ ਜਿਸ ਟਾਈਮ ਉਹ ਵੱਜਦੀ ਹੈ ਨਾ ਉਸ ਟਾਈਮ ਪਤਾ ਨਹੀਂ ਲੱਗਦਾ ਵੀ ਕਿਆ ਹੋ ਜਾਵੇ ਇਹ ਪੈਸੇ ਦਾ ਘਮੰਡ ਨਾ ਦੱਸੇ ਪੈਸਾ ਕੰਜਰਾਂ ਕੋਲ ਵੀ ਬਹੁਤ ਹੁੰਦਾ ਜੇ ਅਣਸੁਣੀ ਕਰਤੀ ਤੁਹਾਡੀ ਗੱਲ ਜੇ ਤੁਹਾਡੇ ਤੇ ਕਿਸੇ ਨੇ ਗੌਰ ਹੀ ਨਹੀਂ ਕੀਤਾ ਤੁਸੀਂ ਕਹਿ ਰਹੇ ਮਹੀਨਾ ਹੋ ਗਿਆ ਬੈਠਿਆਂ ਨੂੰ ਕੋਈ ਨਹੀਂ ਇੱਥੇ ਆਇਆ ਜੇ ਇਸ ਤਰ੍ਹਾਂ ਅਣਸੁਣੀ ਕਰ ਰੱਖੀ ਫਿਰ ਤੁਸੀਂ ਕੀ ਕਿਉਂ ਕਰਾਂਗੇ ਸਰ ਕਿਉਂ ਕਰੋਗੇ ਅਸੀਂ ਇਨਸਾਨ ਨਹੀਂ ਸਾਨੂੰ ਜ਼ਿੰਦਗੀਆਂ ਬਚਾਉਣ ਦਾ ਹੱਕ ਨਹੀਂ ਹੁਣ ਤੱਕ ਤਾਂ ਆਇਆ ਨਹੀਂ ਕੋਈ ਸਾਡੇ ਕਿਉਂ ਨਹੀਂ ਆਏ ਕੱਲ ਐਸਡੀਐਮ ਗੜਸ਼ੰਕਰ ਆਏ ਆ ਨਾਲ ਬੈਠਣਾ ਪੈਣਾ ਸਰ ਅਸੀਂ ਆਪਣੇ ਲਈ ਨਹੀਂ ਬੈਠ ਰਹੇ ਸਾਡੀ ਜ਼ਿੰਦਗੀ ਦਾ ਨਹੀਂ ਪਤਾ ਨਹੀਂ ਸ਼ਾਮ ਨੂੰ ਮੁੱਕ ਲੈਣੀ ਪਰ ਬੱਚਿਆਂ ਲਈ ਤਾਂ ਸੋਚਣਾ ਸਾਡਾ ਹੱਕ ਬਣਦਾ ਨਾ ਅਸੀਂ ਇਸ ਪਿੰਡ ਨੂੰ ਬਰਬਾਦੀ ਦੇ ਵੱਲ ਤਾਂ ਨਹੀਂ ਨਾ ਲੈ ਕੇ ਜਾ ਸਕਦੇ ਅਸੀਂ ਉੱਠਣਾ ਨਹੀਂ ਸੋ ਬਿਲਕੁਲ ਔਰਤਾਂ ਜਿਹੜੀਆਂ ਹੁੰਦੀਆਂ ਉਹ ਜਣਨੀਆਂ ਹੁੰਦੀਆਂ ਔਰਤਾਂ ਬਹੁਤ ਸਬਰ ਸੰਤੋਖ ਵਾਲੀਆਂ ਹੁੰਦੀਆਂ ਔਰਤਾਂ ਚਾਵੇ ਤਾਂ ਬਹੁਤ ਕੁਝ ਪਿੰਡਾਂ ਨੂੰ ਵਸਾ ਵੀ ਸਕਦੀਆਂ ਤੇ ਔਰਤਾਂ ਸ਼ਕਤੀ ਦਾ ਵੀ ਰੂਪ ਹੁੰਦੀਆਂ ਤੇ ਔਰਤਾਂ ਨੂੰ ਆਪਣੇ ਸ਼ਾਂਤਮਈ ਸਰੂਪ ਦੇ ਵਿੱਚ ਹੀ ਰਹਿਣ ਦੇਣਾ ਚਾਹੀਦਾ ਪਰ ਹਾਲਾਤ ਜਿਹੜੇ ਹੈਗੇ ਆ ਨਾ ਇਸ ਪਿੰਡ ਦੇ ਮਰਦ ਤੇ ਨਾ ਔਰਤਾਂ ਉਹ ਸ਼ਾਂਤ ਰਹਿਣ ਵਾਲਿਆਂ ਦੇ ਵਿੱਚ ਨਹੀਂ ਹਾਲਾਤ ਬਹੁਤ ਬੁਰੇ ਆ ਪਾਣੀ ਦਾ ਸੁਭਾਅ ਹੁੰਦਾ ਕਿ ਪਾਣੀ ਹਮੇਸ਼ਾ ਸ਼ਾਂਤ ਰਹਿ ਕੇ ਵਗਦਾ ਪਰ ਜੇ ਪਾਣੀ ਦੇ ਥੱਲੇ ਵੀ ਅੱਗ ਬਾਲ ਦਿੱਤੀ ਜਾਵੇ ਫਿਰ ਉਹ ਵੀ ਉਬਲਣ ਲੱਗ ਜਾਂਦਾ ਹਰ ਇੱਕ ਦੀ ਇੱਕ ਸਮਰੱਥਾ ਹੁੰਦੀ ਆ ਇੱਕ ਹੱਦ ਹੁੰਦੀ ਆ ਕਿ ਕੌਣ ਕਿੱਥੇ ਤੱਕ ਸਹਿ ਸਕਦਾ ਤਾਂ ਕਿਸੇ ਨੂੰ ਵੀ ਇੰਨਾ ਮਜਬੂਰ ਨਹੀਂ ਕਰਨਾ ਚਾਹੀਦਾ ਕਿ ਉਹਨੂੰ ਆਪਣੀ ਹੱਦ ਬੰਨੇ ਟੱਪ ਕੇ ਸੰਘਰਸ਼ ਦੇ ਰਾਹ ਤੁਰਨ ਲਈ ਮਜਬੂਰ ਹੋਣਾ ਪਵੇ ਤਾਂ ਸਰਕਾਰਾਂ ਨੂੰ ਬੇਨਤੀ ਕਰਦਾ ਹੈ ਸਾਰਾ ਪਿੰਡ ਤੇ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਇਹਨਾਂ ਲੋਕਾਂ ਦੀ ਜ਼ਰੂਰ ਸਾਰ ਲੈਣੀ ਚਾਹੀਦੀ ਆ ਤਾਂ ਕਿ ਇਹ ਭਾਰਤ ਦੇ ਨਾਗਰਿਕ ਆ ਪੰਜਾਬ ਦੇ ਨਾਗਰਿਕ ਆ ਇਹ ਵੀ ਉਸੇ ਤਰ੍ਹਾਂ ਇੱਕ ਸੁੱਖ ਵਾਲਾ ਜੀਵਨ ਜਿਹੜਾ ਹੈਗਾ ਉਹ ਬਤੀਤ ਕਰ ਸਕਣ ਤੇ ਸਮੱਸਿਆਵਾਂ ਤੋਂ ਰਾਹਤ ਮਿਲ ਸਕੇ। ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।